ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੇਰਾ ਅੱਜ ਦਾ ਬੋਲਣ ਦਾ ਵਿਸ਼ਾ ਹੈ ਕਿ ਜੀਵਨ ਜਾਂਚ ਦੇ ਵਿੱਚ ਗੁਰਬਾਣੀ ਸਾਨੂੰ ਕਿਵੇਂ ਸੇਧ ਦਿੰਦੀ ਆ, ਜਿਹੜੀ ਡੇ ਟੂ ਡੇ ਲਾਈਫ ਦੇ ਵਿੱਚ। ਵੈਸੇ ਤਾਂ ਗੁਰਬਾਣੀ ਜਿਹੜੀ ਆ ਅਥਾਹ ਸਮੁੰਦਰ ਆ ਸਾਧ ਸੰਗਤ ਜੀ, ਤੇ ਇਹਦੇ ਵਿੱਚ ਬਹੁਤ ਸਾਰੇ ਹੀਰੇ ਮੋਤੀ ਜਵਾਹਰਾਤ ਪਏ ਆ। ਜਿਉਂ-ਜਿਉਂ ਅਸੀਂ ਇਸ ਸਮੁੰਦਰ ਦੇ ਵਿੱਚ ਟੁੱਬੀ ਲਾਉਣੇ ਆ ਤਾਂ ਅਸੀਂ ਆਪਣੀ ਤੁੱਛ ਜਿਹੀ ਬੁੱਧੀ ਦੇ ਨਾਲ ਇਹਦੇ ਵਿੱਚੋਂ ਕੋਈ ਨਾ ਕੋਈ ਹੀਰਾ ਮੋਤੀ ਕੱਢ ਕੇ ਤੇ ਸੰਗਤ ਦੇ ਨਾਲ ਸਾਂਝਾ ਕਰਦੇ ਆ। ਤੇ ਸੋ ਮੈਂ ਵੀ ਕੋਸ਼ਿਸ਼ ਕੀਤੀ ਆ ਕਿ ਇਹਦੇ ਵਿੱਚੋਂ ਥੋੜੇ ਜਿਹੇ ਜਿਹੜੇ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਾਂ। ਤੇ ਸਾਧ ਸੰਗਤ ਜੀ, ਇਹ ਸਾਡੇ ਕੋਲ ਖਜ਼ਾਨਾ ਹੈ ਗੁਰਬਾਣੀ ਦਾ, ਤੇ ਅਸੀਂ ਭਾਗਾਂ ਵਾਲੇ ਆ ਕਿ ਸਾਡਾ ਜਨਮ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਘਰ ਹੋਇਆ ਤੇ ਸਾਨੂੰ ਇਹ ਖਜ਼ਾਨਾ ਵਿਰਸੇ ਵਿੱਚ ਹੀ ਮਿਲ ਗਿਆ। ਵੈਸੇ ਤਾਂ ਗੁਰਬਾਣੀ ਜਿਹੜੀ ਕੁੱਲ ਮਨੁੱਖਤਾ ਦੇ ਲਈ ਇਹ ਚਾਨਣ ਮਨਾਰੇ ਦਾ ਕੰਮ ਕਰਦੀ ਆ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨ ਆਏ, ਤੇ ਗੁਰੂ ਦੀ ਮਿਹਰ ਦੇ ਨਾਲ ਇਹ ਸਾਡੇ ਮਨ ਦੇ ਵਿੱਚ ਵਸਦੀ ਆ ਤੇ ਇਹ ਸਾਡੇ ਲਈ ਚਾਨਣ ਮਨਾਰੇ ਦਾ ਕੰਮ ਕਰਦੀ ਆ। ਸਾਧ ਸੰਗਤ ਜੀ, ਜਿਵੇਂ ਪੰਜਵੇਂ ਪਾਤਸ਼ਾਹ ਵੀ ਕਹਿੰਦੇ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ। ਸੋ ਸਾਡੇ ਕੋਲੇ ਅਨਮੋਲ ਖਜ਼ਾਨਾ ਹੈ। ਜੇ ਅਸੀਂ ਇਸ ਅਨਮੋਲ ਖਜ਼ਾਨੇ ਦੇ ਨੂੰ ਜਿਹੜਾ ਉਹਦਾ ਫਾਇਦਾ ਉਠਾਈਏ, ਉਹਨੂੰ ਖੋਲੀਏ, ਤਾਂ ਸਾਨੂੰ ਬਹੁਤ ਸਾਰੇ ਇਹਦੇ ਵਿੱਚੋਂ ਹੀਰੇ ਮੋਤੀ ਮਿਲ ਜਾਂਦੇ ਆ। ਸੋ ਜਿੱਥੇ ਗੁਰਬਾਣੀ ਸਾਧ ਸੰਗਤ ਜੀ ਸਾਡੀ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਨ ਦਾ ਕੰਮ ਕਰਦੀ ਆ, ਤੇ ਜਿੱਥੇ ਜਿਹੜੀ ਆ ਪਰਮਾਤਮਾ ਦੇ ਗੁਣ ਗਾਉਣ ਦੀ ਸਾਨੂੰ ਪ੍ਰੇਰਨਾ ਕਰਦੀ ਆ, ਪਰਮਾਤਮਾ ਦੇ ਗੁਣ ਇਹਦੇ ਵਿੱਚ ਗਾਏ ਗਏ ਆ, ਤੇ ਉੱਥੇ ਨਾਲ ਨਾਲ ਇਹ ਸਾਡੀ ਜਿਹੜੀ ਡੇ ਟੂ ਡੇ ਲਾਈਫ ਆ, ਸਾਡਾ ਰੋਜ਼ਾਨਾ ਜੀਵਨ ਆ, ਤੇ ਉਹਦੇ ਵਿੱਚ ਵੀ ਸਾਨੂੰ ਬਹੁਤ ਸੇਧ ਦਿੰਦੀ ਆ ਕਿ ਅਸੀਂ ਕੀ ਖਾਣਾ, ਕੀ ਪੀਣਾ, ਕੀ ਕਰਨਾ, ਕੀ ਨਹੀਂ ਕਰਨਾ। ਤੇ ਇਹ ਸਾਡੀ ਜਿਹੜੀ ਆ ਰੋਜ਼ਾਨਾ ਜੀਵਨ 'ਚ ਸਾਡੀ ਅਗਵਾਈ ਕਰਦੀ ਆ ਕਿ ਸਾਡੀ ਜਿਹੜੀ ਸੁਚੱਜੀ ਜੀਵਨ ਜਾਂਚ ਆ ਉਹ ਕਿਸ ਤਰ੍ਹਾਂ ਦੀ ਅਸੀਂ ਬਤੀਤ ਕਰਨੀ ਆ, ਤੇ ਵੀ ਉਹਦੇ ਲਈ ਸਾਨੂੰ ਜਿਹੜੀ ਆ ਗੁਰਬਾਣੀ ਸੇਧ ਦਿੰਦੀ ਆ। ਸੋ ਇਹਦੇ ਵਿੱਚ ਸਾਧ ਸੰਗਤ ਜੀ, ਗੁਰਬਾਣੀ ਨੇ ਸਾਨੂੰ ਕਿਤੇ ਵੀ ਨਹੀਂ ਕਿਹਾ, ਗੁਰਬਾਣੀ ਨੇ ਸਾਨੂੰ ਕਿਤੇ ਨਹੀਂ ਕਿਹਾ ਕਿ ਤੁਸੀਂ ਗ੍ਰਸਥ ਆਸ਼ਰਮ ਛੱਡ ਕੇ ਚਲੇ ਜਾਓ ਤੇ ਜਾਂ ਤੁਸੀਂ ਜਿਹੜਾ ਆ ਵੀ ਬੋਧੀਆਂ ਦੇ ਵਾਂਗ ਬੋਧ ਭਿਕਸ਼ੂ ਬਣ ਜਾਓ, ਜਾਂ ਤੁਸੀਂ ਕਿਤੇ ਉਹ ਕਰ ਦਿਓ, ਜਾਂ ਤੁਸੀਂ ਪਹਾੜਾਂ ਦੀਆਂ ਕੁੰਦਰਾਂ 'ਚ ਚਲ ਜਾਓ ਜਾਂ ਜੰਗਲਾਂ 'ਚ ਚਲ ਜਾਓ। ਗੁਰਬਾਣੀ ਨੇ ਸਾਨੂੰ ਗ੍ਰਸਥ ਆਸ਼ਰਮ ਵਿੱਚ ਰਹਿ ਕੇ ਤੇ ਉਹਦੇ ਵਿੱਚ ਸਾਨੂੰ ਚੰਗਾ ਜੀਵਨ ਜਿਉਣ ਦੀ ਜਿਹੜੀ ਪ੍ਰੇਰਨਾ ਦਿੱਤੀ ਹੈ। ਤੇ ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਸੋ ਅਸੀਂ ਗ੍ਰਸਥ ਆਸ਼ਰਮ ਦੇ ਵਿੱਚ ਰਹਿੰਦੇ ਹੋਏ ਸਾਧ ਸੰਗਤ ਜੀ, ਇਹ ਕਿਸ ਤਰ੍ਹਾਂ ਆਪਣੇ ਆਪ ਨੂੰ ਨਿਰਲੇਪ ਰੱਖਣਾ, ਕਿਸ ਤਰ੍ਹਾਂ ਅਸੀਂ ਜੀਵਨ ਜਿਹੜਾ ਆਪਣਾ ਜਿਉਣਾ, ਉਹਦੇ ਲਈ ਗੁਰਬਾਣੀ ਕੀ ਪ੍ਰੇਰਨਾ ਦਿੰਦੀ ਆ, ਕਿਵੇਂ ਅਗਵਾਈ ਕਰਦੀ, ਅੱਜ ਆਪਾਂ ਇਹ ਤੇ ਵਿਚਾਰ ਕਰਾਂਗੇ। ਤੇ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਗੁਰਬਾਣੀ ਨੇ ਸਰੀਰਕ ਅਰੋਗਤਾ ਦੇ ਲਈ ਇਹ ਸਾਨੂੰ ਕਿਵੇਂ ਅਗਵਾਈ ਦਿੱਤੀ ਆ। ਗੁਰੂ ਸਾਹਿਬ ਕਹਿੰਦੇ ਆ ਕਿ ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਇਹ ਸਾਧ ਸੰਗਤ ਜੀ, ਇਹ ਸਾਡਾ ਜਿਹੜਾ ਸਰੀਰ ਆ ਇਹ ਹਰੀ ਦਾ ਮੰਦਰ ਆ, ਇਹ ਰੱਬ ਦਾ ਘਰ ਆ, ਇਹਦੇ ਵਿੱਚ ਸਾਡਾ ਰੱਬ ਵਸਦਾ, ਇਹਦੇ ਵਿੱਚ ਸਾਡੀ ਆਤਮਾ ਵਸਦੀ ਆ, ਤੇ ਆਤਮਾ ਜਿਹੜੀ ਪਰਮਾਤਮਾ ਦਾ ਅੰਸ਼ ਆ। ਸੋ ਸਾਡਾ ਫਰਜ਼ ਬਣਦਾ ਕਿ ਇਸ ਹਰਮੰਦਰ ਨੂੰ ਆਪਾਂ ਸਾਫ਼ ਸੁਥਰਾ ਤੇ ਚੰਗੇ ਵਿਚਾਰਾਂ ਦੇ ਨਾਲ ਇਹਨੂੰ ਆਪਾਂ ਜਿਹੜਾ ਓਤ-ਪੋਤ ਕਰੀਏ, ਇਹਨੂੰ ਆਪਾਂ ਅੰਦਰੋਂ ਸਜਾ ਕੇ ਰੱਖੀਏ, ਬਾਹਰੋਂ ਵੀ ਇਹਦੀ ਸਫਾਈ ਦਾ ਧਿਆਨ ਰੱਖਣਾ ਤੇ ਅੰਦਰੋਂ ਵੀ। ਤੇ ਉਹਦੇ ਲਈ ਬਾਹਰਲੀ ਸਰੀਰਕ ਜਿਹੜੀ ਆ ਸੰਭਾਲ ਦੇ ਲਈ ਗੁਰੂ ਸਾਹਿਬ ਨੇ ਸਾਨੂੰ ਪਹਿਲਾ ਨੁਕਤਾ ਦੱਸਿਆ, ਰੋਜ਼ਾਨਾ ਇਸ਼ਨਾਨ। ਗੁਰੂ ਸਾਹਿਬ ਕਹਿੰਦੇ ਆ ਕਿ ਸਵੇਰੇ ਉੱਠ ਕੇ ਸਾਨੂੰ ਉਹਨਾਂ ਨੇ ਇਹ ਹਦਾਇਤ ਕੀਤੀ ਆ ਕਿ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਉਸ ਤੋਂ ਬਾਅਦ ਪਰਮਾਤਮਾ ਦਾ ਨਾਮ ਜਪਣਾ, ਤੇ ਉਸ ਤੋਂ ਬਾਅਦ ਬਾਕੀ ਜਿਹੜਾ ਕਾਰ ਵਿਹਾਰ ਕਰਨਾ। ਗੁਰਬਾਣੀ ਦਾ ਫਰਮਾਨ ਹੈ ਸਾਧ ਸੰਗਤ ਜੀ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਤਨ ਮਨ ਭਏ ਅਰੋਗਾ। ਸੋ ਅਸੀਂ ਗੁਰੂ ਸਾਹਿਬ ਕਹਿੰਦੇ ਆ ਕਿ ਜੇ ਤੁਸੀਂ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਆ, ਫਿਰ ਪਰਮਾਤਮਾ ਦਾ ਨਾਮ ਲੈਂਦੇ ਆ, ਤੇ ਮਨ ਤੇ ਤਨ ਦੋਨੋਂ ਹੀ ਅਰੋਗ ਰਹਿੰਦੇ ਆ। ਤੇ ਉਸ ਤੋਂ ਬਾਅਦ ਅਗਲਾ ਪੁਆਇੰਟ ਹੈ ਸਾਫ਼ ਸੁਥਰੀ ਤੇ ਸਾਦੀ ਖੁਰਾਕ ਤੇ ਪੋਸ਼ਾਕ ਤੇ ਜਦੋਂ ਆਪਾਂ ਇਸ਼ਨਾਨ ਕਰ ਲਿਆ ਤਾਂ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਤੁਸੀਂ ਸਾਫ਼ ਸੁਥਰੀ ਤੇ ਸਾਦੀ ਪੋਸ਼ਾਕ ਪਾਉਣੀ ਆ। ਸਾਧ ਸੰਗਤ ਜੀ, ਨਾ ਤਾਂ ਆਪਾਂ ਚਮਕੀਲੀ ਭੜਕੀਲੀ ਪੋਸ਼ਾਕ ਪਾਉਣੀ ਆ, ਤਾਂ ਇਸ ਤਰ੍ਹਾਂ ਦੀ ਪੋਸ਼ਾਕ ਪਾਉਣੀ ਆ ਕਿ ਜਿਹੜੀ ਸਾਡੇ ਸਰੀਰ ਨੂੰ ਤੰਗ ਕਰੇ ਤੇ ਜਿਹਦੇ ਨਾਲ ਅਸੀਂ
खुआर होइए, जिवें गुरु साहब दा फरमान है, बाबा होर पहनण खुशी खुआर, जित पैदे तन पीड़िए मन में चले विकार। सो ਆਪਾਂ ਇਸ ਤਰ੍ਹਾਂ ਦੀ ਜਿਹੜੀ ਆ पोशाक ਜਾਂ ਇਸ ਤਰ੍ਹਾਂ ਦਾ ਪਹਿਰਾਵਾ ਲਿਬਾਸ ਨਹੀਂ ਪਹਿਨਣਾ ਜਿਹਦੇ ਨਾਲ ਸਾਡਾ ਸਰੀਰ ਵੀ, ਤਨ ਵੀ ਤੇ ਮਨ ਵੀ ਜਿਹੜਾ ਉਹ ਦੁਖੀ ਹੋਵੇ। ਮਤਲਬ ਨਾ ਪਹਿਰਾਵਾ ਬਹੁਤਾ ਟਾਈਟ ਹੋਵੇ ਤੇ ਨਾ ਇਸ ਤਰ੍ਹਾਂ ਦਾ ਝੱਲ ਬਲੱਲਾ ਹੋਵੇ, ਤੇ ਨਾ ਜਿਹੜਾ ਹੈਗਾ ਉਹ ਜਿਹੜਾ ਵੀ ਮੰਗਤਿਆਂ ਵਾਲਾ ਪਹਿਰਾਵਾ ਵੀ ਨਹੀਂ ਪਹਿਨਣਾ। ਅਸੀਂ ਸਾਫ਼ ਸੁਥਰਾ ਤੇ ਚੰਗਾ ਪਹਿਰਾਵਾ ਪਾਉਣਾ, ਲਿਬਾਸ ਜਿਹਦੇ ਨਾਲ ਸਾਡਾ ਸਰੀਰ ਢੱਕਿਆ ਵੀ ਰਵੇ। ਇੰਨੇ ਛੋਟੇ ਕੱਪੜੇ ਵੀ ਨਾ ਹੋਣ ਕਿ ਸਾਡੇ ਸਰੀਰ ਦੇ ਅੰਗ ਹੀ ਨਾ ਢੱਕੇ ਜਾਣ, ਤੇ ਇੰਨੇ ਟਾਈਟ ਵੀ ਨਾ ਹੋਣ ਕਿ ਸਾਡਾ ਸਰੀਰ ਜਿਹੜਾ ਉਹ ਤੰਗ ਹੋਵੇ। ਤੇ ਬੜਾ ਦੁੱਖ ਹੁੰਦਾ ਸਾਧ ਸੰਗਤ ਜੀ ਜਦੋਂ ਸਾਡੇ ਗੁਰਸਿੱਖ ਪਰਿਵਾਰਾਂ ਦੇ ਵੀ ਕਈ ਬੱਚੇ ਜਿਹੜੇ ਆ ਉਹ ਗੋਡਿਆਂ ਤੋਂ ਫਟੀਆਂ ਜੀਨਾਂ ਪਾ ਕੇ ਤੇ ਗੁਰੂ ਘਰ ਦੇ ਵਿੱਚ ਜਾਂਦੇ ਆ। ਸੋ ਸਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਸਾਡਾ ਲਿਬਾਸ ਕਿਸ ਤਰ੍ਹਾਂ ਦਾ ਸਾਨੂੰ ਗੁਰੂ ਸਾਹਿਬ ਨੇ ਕਿਹਾ ਪਹਿਨਣ ਦੇ ਲਈ, ਉਹਦਾ ਆਪਾਂ ਧਿਆਨ ਰੱਖਣਾ। ਤੇ ਅਗਲਾ ਪੁਆਇੰਟ ਹੈ ਸੁਖਾਵੀ ਖੁਰਾਕ। ਤੇ ਉਸ ਤੋਂ ਬਾਅਦ ਆਪਾਂ ਇਸ਼ਨਾਨ ਵੀ ਕਰ ਲਿਆ ਤੇ ਪਹਿਰਾਵਾ ਵੀ ਸਾਫ਼ ਸੁਥਰਾ ਪਾ ਲਿਆ ਤੇ ਸਾਦਾ ਪਾ ਲਿਆ, ਤੇ ਉਸ ਤੋਂ ਬਾਅਦ ਆਪਾਂ ਆਪਣੀ ਖੁਰਾਕ ਦਾ ਵੀ ਧਿਆਨ ਰੱਖਣਾ ਹਨਾ। ਗੁਰੂ ਸਾਹਿਬ ਨੇ ਸਾਨੂੰ ਇਹਦੇ ਲਈ ਵੀ ਜਿਹੜਾ ਅਗਵਾਈ ਕੀਤੀ ਆ, ਸਾਡੀ ਵੀ ਕਿਸ ਤਰ੍ਹਾਂ ਦੀ ਖੁਰਾਕ ਖਾਣੀ ਆ। ਗੁਰੂ ਸਾਹਿਬ ਕਹਿੰਦੇ ਆ, ਅਧਿਕ ਸਵਾਦ ਰੋਗ ਅਧਿਕਾਈ, ਬਿਨ ਗੁਰ ਸਹਿਜ ਨਾ ਪਾਇਆ। ਤੇ ਇਹਦਾ ਮਤਲਬ ਆ ਕਿ ਜ਼ਿਆਦਾ ਜਿਹੜੇ ਸਵਾਦਾਂ ਵਾਲੀ ਖੁਰਾਕ ਆ, ਜਿਸ ਤਰ੍ਹਾਂ ਆਪਾਂ ਚਟਪਟੀਆਂ ਚੀਜ਼ਾਂ ਮਸਾਲਿਆਂ ਵਾਲੀਆਂ ਖਾਂਦੇ ਆ ਵੀ ਇਹ ਜੀਭ ਨੂੰ ਚੰਗੀਆਂ ਲੱਗਦੀਆਂ, ਤੇ ਜਾਂ ਆਪਾਂ ਜਿਹੜੀ ਆ ਕੋਈ ਤਲੀਆਂ ਚੀਜ਼ਾਂ ਬਹੁਤੀਆਂ ਖਾ ਲਓ, ਜਾਂ ਮਿਠਾਈ ਚੰਗੀ ਲੱਗਦੀ ਆ ਜੀਭ ਨੂੰ, ਤੇ ਜੀਭ ਦੇ ਸਵਾਦਾਂ ਦੇ ਲਈ ਗੁਰੂ ਸਾਹਿਬ ਨੇ ਕਿਹਾ ਕਿ ਜਿਹੜੀ ਆਪਾਂ ਖੁਰਾਕ ਜੀਭ ਦੇ ਸਵਾਦ ਪੂਰੇ ਕਰਨ ਲਈ ਖਾਂਦੇ ਆ ਤੇ ਉਹ ਰੋਗ ਪੈਦਾ ਕਰਦੀ ਆ। ਤੇ ਜਿਹੜਾ ਇਸ ਤਰ੍ਹਾਂ ਦੀ ਖੁਰਾਕ ਖਾ ਕੇ ਤੇ ਬਿਨਾਂ ਗੁਰੂ ਦੀ ਮੱਤ ਤੋਂ ਸਹਿਜ ਨਹੀਂ ਆ ਸਕਦਾ ਸਾਡੀ ਜ਼ਿੰਦਗੀ ਦੇ ਵਿੱਚ। ਸੋ ਆਪਾਂ ਖੁਰਾਕ ਜਿਹੜੀ ਆ ਉਹ ਪੌਸ਼ਟਿਕ ਵੀ ਖਾਣੀ ਆ ਤੇ ਸਾਦੀ ਵੀ ਖਾਣੀ ਆ ਤੇ ਹਲਕੀ ਖੁਰਾਕ ਜਿਹੜੀ ਆ ਉਹ ਖਾਣੀ ਆ, ਤੇ ਜਿਹਦੇ ਨਾਲ ਸਾਡੇ ਸਰੀਰ 'ਚ ਰੋਗ ਤੇ ਵਿਕਾਰ ਪੈਦਾ ਨਾ ਹੋਣ। ਤੇ ਇਹਦੇ ਲਈ ਗੁਰੂ ਸਾਹਿਬ ਦਾ ਇੱਕ ਹੋਰ ਫਰਮਾਨ ਹੈ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਤੇ ਗੁਰੂ ਸਾਹਿਬ ਨੇ ਕਿਹਾ ਕਿ ਉਸ ਤਰ੍ਹਾਂ ਦਾ ਖਾਣਾ ਨਹੀਂ ਖਾਣਾ ਤੇ ਜਿਹੜਾ ਆਪਣੀ ਜਿਹੜੇ ਜੀਭ ਦੇ ਸਵਾਦ ਲਈ ਜਾਂ ਖੁਸ਼ੀ ਲਈ ਖਾਧਾ ਜਾਵੇ, ਪਰ ਸਾਨੂੰ ਖੁਆਰ ਕਰੇ, ਜਿਹਦੇ ਨਾਲ ਸਾਡਾ ਸਰੀਰ ਵੀ ਔਖਾ ਹੋਵੇ, ਸਾਨੂੰ ਜਿਹੜੇ ਬਿਮਾਰੀਆਂ ਰੋਗ ਲੱਗ ਜਾਣ, ਤੇ ਜਿਹਦੇ ਨਾਲ ਸਾਡੇ ਮਨ ਦੇ ਵਿੱਚ ਵੀ ਵਿਕਾਰ ਚੱਲਣ। ਇਸ ਤਰ੍ਹਾਂ ਦਾ ਖੁਰਾਕ ਆਪਾਂ ਨਹੀਂ ਖਾਣੀ। ਪਰ ਨਾਲ ਹੀ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਤੁਸੀਂ ਅੰਨ ਛੱਡ ਦਿਓ ਤੇ ਤੁਸੀਂ ਵਰਤ ਹੀ ਰੱਖ ਛੱਡੋ ਤੇ ਭਗਤੀ ਕਰੀ ਜਾਓ। ਆਪਣਾ ਹੱਠ ਨੂੰ ਜਿਹੜਾ ਆ, ਹੱਠ ਕਰਮ ਨੂੰ ਗੁਰਬਾਣੀ ਦੇ ਵਿੱਚ ਜਾਂ ਗੁਰਮਤ ਦੇ ਵਿੱਚ ਕੋਈ ਥਾਂ ਨਹੀਂ ਦਿੱਤੀ ਗਈ। ਹੱਠ ਨਾਲ ਕੋਈ ਕੰਮ ਨਹੀਂ ਕਰਨਾ। ਤੇ ਗੁਰੂ ਸਾਹਿਬ ਨੇ ਇਹ ਵੀ ਕਿਹਾ ਕਿ ਅੰਨ ਨਾ ਖਾਇਆ ਸਾਧ ਗਵਾਇਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜਾ ਪਾਇਆ। ਬਈ ਇਹ ਨਹੀਂ ਕਰਨਾ ਕਿ ਅਸੀਂ ਅੰਨ ਵੀ ਨਾ ਖਾਈਏ, ਸਵਾਦਾਂ ਤੋਂ ਵੀ ਜਾਈਏ ਬਿਲਕੁਲ ਹੀ, ਹਨਾ। ਤੇ ਬਿਲਕੁਲ ਜਿਹੜਾ ਅੰਨ ਛੱਡਣ ਨੂੰ ਵੀ ਜਿਵੇਂ ਇੱਕ ਹੋਰ ਵੀ ਫਰਮਾਨ ਹੈਗਾ ਕਿ ਛੋਡੇ ਨਾ ਕੀ ਸੀ ਉਹ, ਕਰੇ ਪਖੰਡ, ਹਨਾ, ਛੋਡੇ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਉਰੰਡ। ਤੇ ਸੋ ਇਸ ਤਰ੍ਹਾਂ ਦੇ ਵੀ ਇੱਕ ਫਰਮਾਨ ਹੈ। ਸੋ ਗੁਰੂ ਸਾਹਿਬ ਨੇ ਕਿਤੇ ਨਹੀਂ ਕਿਹਾ ਕਿ ਰੋਜ਼ ਤੁਸੀਂ ਵਰਤ ਰੱਖੋ। ਠੀਕ ਆ, ਤੁਹਾਡਾ ਪੇਟ ਖਰਾਬ ਆ ਤਾਂ ਤੁਸੀਂ ਕਦੇ ਕਦੇ ਨਾ ਵੀ ਖਾਓ, ਤਾਂ ਉਹ ਆਪਣੀ ਸਿਹਤ ਠੀਕ ਕਰਨ ਲਈ ਹੁੰਦਾ। ਤੇ ਪਰ ਗੁਰੂ ਸਾਹਿਬ ਨੇ ਜਿਹੜਾ ਬਿਲਕੁਲ ਅੰਨ ਛੱਡਣਾ, ਉਹਦੀ ਵੀ ਸਾਨੂੰ ਗੁਰਬਾਣੀ ਦੇ ਵਿੱਚ ਮਨਾਹੀ ਕੀਤੀ ਆ। ਤੇ ਨਾਲ ਇਹ ਵੀ ਨਹੀਂ ਕਿਹਾ ਗੁਰੂ ਸਾਹਿਬ ਨੇ ਵੀ ਬਹੁਤਾ ਹੀ ਖਾਈ ਜਾਓ ਤੇ ਆਪਣਾ ਢਿੱਡ ਵਧਾ ਲਓ, ਹਨਾ। ਤੇ ਜਿਹੜਾ ਲੋੜੀਂਦੀ ਖੁਰਾਕ ਆ ਉਹ ਜ਼ਰੂਰ ਖਾਣੀ ਆ, ਜਿੰਨੀ ਕੁ ਸਰੀਰ ਨੂੰ ਸਾਡੇ ਲੋੜ ਆ। ਇੱਕ ਹੋਰ ਫਰਮਾਨ ਹੈ ਗੁਰੂ ਸਾਹਿਬ ਦਾ 790 ਅੰਗ ਤੇ, ਫਿੱਟ ਅਵੇਹਾ ਜੀਵਿਆ ਜਿੱਤ ਖਾਏ ਵਧਾਇਆ ਪੇਟ। ਸੋ ਉਹਨਾਂ ਦਾ ਵੀ ਜੀਣਾ ਕਾਹਦਾ ਆ, ਵੀ ਜਿਹੜੇ ਆਪਣਾ ਢਿੱਡ ਵਧਾ ਲੈਂਦੇ ਆ, ਖਾ ਖਾ ਕੇ ਬੈਠੇ ਰਹਿੰਦੇ ਆ। ਤੇ ਸੋ ਇਹਦੇ ਲਈ ਵੀ ਸਾਨੂੰ ਗੁਰੂ ਸਾਹਿਬ ਨੇ ਨਾ ਬਹੁਤਾ ਖਾਣ ਲਈ ਕਿਹਾ ਤੇ ਨਾ ਬਿਲਕੁਲ ਅੰਨ ਛੱਡਣ ਲਈ ਕਿਹਾ। ਜਿੰਨੀ ਲੋੜੀਂਦੀ ਖੁਰਾਕ ਆ ਉਹ ਆਪਾਂ ਖਾਣੀ ਆ। ਤੇ ਅਗਲਾ ਹੈ ਪੁਆਇੰਟ ਨਸ਼ਿਆਂ ਦਾ ਤਿਆਗ। ਤੇ ਗੁਰੂ ਸਾਹਿਬ ਨੇ ਹੁਣ ਸਾਨੂੰ ਨਸ਼ਿਆਂ ਦਾ ਤਿਆਗ ਕਰਨ ਦੇ ਲਈ ਵੀ ਕਿਹਾ ਵੀ ਕਿਸੇ ਕਿਸਮ ਦਾ ਨਸ਼ਾ, ਜਿਹੜਾ ਹਰੇਕ ਤਰ੍ਹਾਂ ਦੇ ਨਸ਼ੇ ਦੀ ਮਨਾਹੀ ਆ। ਉਦੋਂ ਤਾਂ ਗੁਰੂ ਸਾਹਿਬ ਦੇ ਜ਼ਮਾਨੇ ਵਿੱਚ ਸ਼ਰਾਬ ਦਾ ਜਾਂ ਤੰਬਾਕੂ ਵਗੈਰਾ ਦਾ ਨਸ਼ਾ ਹੁੰਦਾ ਸੀ। ਹੁਣ ਤਾਂ ਸਾਧ ਸੰਗਤ ਜੀ ਹੋਰ ਕਿੰਨੀ ਤਰ੍ਹਾਂ ਦੇ ਨਵੇਂ ਨਵੇਂ ਨਸ਼ੇ ਆ ਗਏ ਆ, ਸਿੰਥੈਟਿਕ। ਤੇ ਉਹਨਾਂ ਦੇ ਲਈ ਗੁਰੂ ਸਾਹਿਬ ਨੇ ਨਸ਼ਿਆਂ ਦਾ ਤਿਆਗ ਦੇ ਲਈ ਇੱਕ ਫਰਮਾਨ ਹੈ, ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ,
ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਵੀ ਜਿਹਦੇ ਪੀਣ ਦੇ ਨਾਲ, ਸ਼ਰਾਬ ਦੀ ਗੱਲ ਕੀਤੀ ਇੱਥੇ ਗੁਰੂ ਸਾਹਿਬ ਨੇ, ਕਿ ਜਿਹਦੇ ਪੀਣ ਦੇ ਨਾਲ ਤੁਸੀਂ ਝੱਲੇ ਹੋ ਜਾਣੇ ਆ ਤੇ ਤੁਹਾਡੇ ਜਿਹੜਾ ਤੁਹਾਨੂੰ ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਤੇ ਤੁਸੀਂ ਉਹਦੇ ਨਾਲ ਇੱਥੇ ਵੀ ਧੱਕੇ ਖਾਓਗੇ ਤੇ ਅੱਗੋਂ ਜਾ ਕੇ ਦਰਗਾਹ ਦੇ ਵਿੱਚ ਵੀ ਧੱਕੇ ਖਾਓਗੇ। ਤੇ ਸੋ ਇਸ ਤਰ੍ਹਾਂ ਦੀ ਜਿਹੜੀ ਸ਼ਰਾਬ ਪੀਣ ਦਾ ਫਾਇਦਾ ਕੀ ਆ, ਇਹਦਾ ਨੁਕਸਾਨ ਹੀ ਨੁਕਸਾਨ ਆ। ਤੇ ਇਸੇ ਤਰ੍ਹਾਂ ਬਾਕੀ ਜਿਹੜੇ ਨਸ਼ੇ ਆ ਉਹਨਾਂ ਤੋਂ ਵੀ ਮਨਾਹੀ ਕੀਤੀ ਗਈ ਆ। ਮੈਂ ਸਾਧ ਸੰਗਤ ਜੀ ਸਿਰਫ ਇੱਕ ਦੋ ਤੁਕਾਂ ਹੀ ਥੋੜੀਆਂ ਲਈਆਂ ਤਾਂ ਕਿ ਗੱਲਬਾਤ ਬਹੁਤੀ ਲੰਬੀ ਨਾ ਹੋ ਜਾਵੇ। ਆਪਾਂ ਇਹਨਾਂ ਸਾਰੇ ਨੁਕਤਿਆਂ ਤੇ ਪੰਛੀ ਝਾਤੀ ਮਾਰਨੀ ਆ, ਤੇ ਅੱਗੋਂ ਕਦੇ ਆਪਾਂ ਅਗਲੇ ਜਿਹੜੇ ਆ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਨੁਕਤਿਆਂ ਤੇ ਡਿਟੇਲ ਦੇ ਵਿੱਚ ਵਿਸਥਾਰ 'ਚ ਵਿਚਾਰਾਂ ਵੀ ਕਰ ਸਕਦੇ ਆ ਇੱਕ ਇੱਕ ਨੁਕਤੇ ਤੇ, ਕਿਉਂਕਿ ਇੱਕ ਨੁਕਤੇ ਤੇ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਗੱਲ ਕੀਤੀ ਆ ਤੇ ਉਸੇ ਵਿਚਾਰ ਦੀ ਪ੍ਰੋੜਤਾ ਅੱਗੇ ਬਾਕੀ ਗੁਰੂ ਸਾਹਿਬਾਨ ਨੇ ਵੀ ਕੀਤੀ ਆ, ਉਸੇ ਵਿਚਾਰ ਦੀ ਜਿਹੜੀ ਆ ਪ੍ਰੋੜਤਾ ਅੱਗੋਂ ਭਗਤ ਸਾਹਿਬਾਨ ਨੇ ਵੀ ਕੀਤੀ ਆ। ਸੋ ਇਹ ਤੇ ਆਪਾਂ ਵਿਸਥਾਰ 'ਚ ਵੀ ਕਦੇ ਗੱਲ ਕਰ ਲਵਾਂਗੇ। ਤੇ ਇੱਥੇ ਮੈਂ ਜਿਹੜੇ ਨੁਕਤੇ ਸਿਰਫ ਸ਼ੋਈ ਆ ਕਿ ਗੁਰੂ ਸਾਹਿਬ ਨੇ ਸਾਨੂੰ ਜੀਵਨ ਜਾਂਚ ਦੇ ਲਈ ਕਿੱਥੇ ਕਿੱਥੇ ਸੇਧ ਦਿੱਤੀ ਆ, ਕਿਵੇਂ ਕਿਵੇਂ ਅਗਵਾਈ ਕੀਤੀ ਆ। ਤੇ ਅਗਲਾ ਪੁਆਇੰਟ ਆ ਜਾਂਦਾ ਸਾਧ ਸੰਗਤ ਜੀ, ਲੋੜੀਂਦੀ ਨੀਂਦ। ਤੇ ਨਾਲ ਹੁਣ ਸਾਨੂੰ ਗੁਰੂ ਸਾਹਿਬ ਇਹ ਵੀ ਕਹਿੰਦੇ ਆ ਕਿ ਤੁਸੀਂ ਇਹ ਵੀ ਸਾਰੀ ਰਾਤ ਭਗਤੀ ਕਰੀ ਜਾਣੀ ਆ ਜਾਂ ਤੁਸੀਂ ਸੌਣਾ ਹੀ ਛੱਡ ਦੇਣਾ ਹੈ ਨਾ, ਇਹਦੇ ਲਈ ਵੀ ਮਨਾਹੀ ਹੈ ਇਹਦੀ ਵੀ ਕਿ ਨੀਂਦ ਵੀ ਜ਼ਰੂਰੀ ਆ। ਜਿਵੇਂ 10ਵੇਂ ਪਾਤਸ਼ਾਹ ਦੀ ਇੱਕ ਹੈ ਫਰਮਾਨ ਉਹਨਾਂ ਦਾ, ਅਲਪਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ। ਇਹ 10ਵੇਂ ਪਾਤਸ਼ਾਹ ਦੀ ਤੁਕ ਹੈ ਕਿ ਅਸੀਂ ਹਲਕਾ ਜਿਹੜਾ ਖੁਰਾਕ ਖਾਣੀ ਆ ਤੇ ਜਿਹੜੀ ਆ ਥੋੜੀ ਖਾਣੀ ਆ ਤੇ ਉਨੀ ਹਲਕੀ ਨੀਂਦ ਵੀ ਲੈਣੀ ਆ। ਨੀਂਦ ਜਿਵੇਂ ਸਾਡੇ ਚ ਡਾਕਟਰ ਸਾਹਿਬ ਬੈਠੇ ਆ ਤੇ ਸਾਨੂੰ ਆਮ ਤੌਰ ਤੇ ਡਾਕਟਰ ਜਿਹੜੇ 6 ਤੋਂ 8 ਘੰਟੇ ਦੀ ਨੀਂਦ ਦੀ ਜਿਹੜੀ ਆ ਸਲਾਹ ਦਿੰਦੇ ਆ, ਤੇ ਉਹਦੇ ਲਈ ਜੇ ਅਸੀਂ 6 ਘੰਟੇ ਰਾਤ ਨੂੰ ਸੌਂ ਲਿਆ, ਕਹਿੰਦੇ ਆ ਵੀ ਜੇ 10 ਵਜੇ ਸੌਂ ਜਾਓ ਤਾਂ 4 ਵਜੇ ਤਕਰੀਬਨ ਆਪਾਂ ਨੂੰ ਜਾਗ ਆ ਹੀ ਜਾਂਦੀ ਆ, ਤੇ ਫਿਰ ਉੱਠ ਕੇ ਤੁਸੀਂ ਅੰਮ੍ਰਿਤ ਵੇਲੇ ਨਾਮ ਜਪੋ, ਇਸ਼ਨਾਨ ਕਰੋ, ਨਾਮ ਜਪੋ। ਤੇ ਜਾਂ ਜੇ ਲੋੜ ਅਨੁਸਾਰ ਜੇ ਰਾਤ ਨੂੰ ਨੀਂਦ ਘੱਟ ਆਈ ਆ ਜਾਂ ਤੁਸੀਂ 4-5 ਘੰਟੇ ਸੁੱਤੇ ਆ ਤੇ ਤੁਸੀਂ ਦਿਨੇ ਵੀ ਝਪਕੀ ਆਪਾਂ ਲੈ ਸਕਦੇ ਆ। ਸੋ 6 ਤੋਂ 8 ਘੰਟੇ ਦੀ ਨੀਂਦ ਜ਼ਰੂਰੀ ਆ। ਬਸ ਜਿਉਂ ਜਿਹੜੇ ਗੁਰਮੁਖ ਸੱਜਣ ਜਿਹੜੇ ਆ ਭਗਤ ਜਨ ਗੁਰਬਾਣੀ ਨਾਲ ਜੁੜਦੇ ਜਾਂਦੇ, ਉਹਨਾਂ ਦੀ ਨੀਂਦ ਘਟਦੀ ਜਾਂਦੀ ਆ, ਨੀਂਦ ਤੇ ਖੁਰਾਕ ਆਪਣੇ ਆਪ ਹੀ ਘਟ ਜਾਂਦੀ ਆ ਥੋੜੀ, ਤੇ ਉਹਨਾਂ ਨੂੰ ਜਿਹੜਾ ਨਾਮ 'ਚ ਹਰ ਵੇਲੇ ਧਿਆਨ ਰਹਿੰਦਾ। ਪਰ 4-6 ਘੰਟੇ ਨੀਂਦ ਤਾਂ ਹਰ ਇੱਕ ਦੇ ਲਈ ਜ਼ਰੂਰੀ ਆ। ਤੇ ਅਗਲਾ ਪੁਆਇੰਟ ਹੈ ਕਿਰਤ ਕਰਨੀ। ਤੇ ਹੁਣ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਸਾਨੂੰ ਕਿ ਤੁਸੀਂ ਇਸ਼ਨਾਨ ਕਰ ਲਓ ਤੇ ਨਾਮ ਜਪੋ ਤੇ ਸਾਫ ਸੁਥਰੇ ਕੱਪੜੇ ਪਾ ਲਓ, ਖੁਰਾਕ ਖਾ ਲਓ ਤੇ ਬਹਿ ਜਾਓ, ਨਹੀਂ। ਉਹਨਾਂ ਨੇ ਕਿਹਾ ਕਿਰਤ ਕਰੋ। ਹੱਥੀਂ ਕਿਰਤ ਦੀ ਬਹੁਤ ਮਹਾਨਤਾ ਆ। ਗੁਰੂ ਨਾਨਕ ਦੇਵ ਜੀ ਦਾ ਤਾਂ ਜਿਹੜਾ ਸਿੱਖ ਧਰਮ ਦੀ ਨੀਂਹ 3 ਸਿਧਾਂਤਾਂ ਤੇ ਰੱਖੀ ਗਈ, ਉਹਦੇ ਵਿੱਚ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਤੇ ਸਾਡੇ ਜਿਹੜੇ ਤਰਕ ਕਰਨ ਵਾਲੇ ਆ ਵੀਰ ਭੈਣਾਂ, ਤੇ ਉਹ ਵੀ 2 ਜਿਹੜੇ ਇਹਨਾਂ ਦੇ ਅਸੂਲ ਆ ਉੱਤੇ ਤਾਂ ਅਮਲ ਕਰਦੇ ਆ, ਕਿਰਤ ਕਰੋ ਤੇ ਵੰਡ ਛਕੋ ਨੂੰ ਮੰਨਦੇ, ਨਾਮ ਜਪੋ ਨੂੰ ਭਾਵੇਂ ਨਾ ਮੰਨਣ। ਸੋ ਕਿਰਤ ਦੀ ਬਹੁਤ ਮਹਾਨਤਾ ਗੁਰਬਾਣੀ ਦੇ ਵਿੱਚ ਸਾਧ ਸੰਗਤ ਜੀ, ਤੇ ਹੱਥੀਂ ਕੰਮ ਕਰਨ ਦੀ। ਤੇ ਉਹਦੇ ਵਿੱਚ ਲਈ ਗੁਰਬਾਣੀ ਦਾ ਫਰਮਾਨ ਹੈ, ਉਦਮ ਕਰਿੰਦਿਆਂ ਜਿਉ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਇਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਸੋ ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਉਦਮ ਵੀ ਕਰਨਾ ਹੈ ਤੇ ਕਿਰਤ ਵੀ ਕਰਨੀ ਆ। ਕਮਾਵਦਿਆਂ ਸੁਖ ਪੁੰਚ, ਇਹਦੇ ਦੋਨੋਂ ਹੀ ਅਰਥ ਆ ਕਿ ਇੱਕ ਤਾਂ ਅਸੀਂ ਜੇ ਕਿਰਤ ਕਮਾਈ ਕਰਦੇ ਆ ਤੇ ਉਹਦੇ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਸੁੱਖ ਜਿਹੜੇ ਆ ਉਹਨਾਂ ਨੂੰ ਵੀ ਸੁੱਖ ਆਰਾਮ ਜਿਹੜੇ ਪਾ ਸਕਦੇ ਆ। ਤੇ ਦੂਸਰਾ ਹੈ ਕਿ ਜੇ ਅਸੀਂ ਭਗਤੀ ਦੀ ਕਮਾਈ ਕਰਦੇ ਆ, ਕਿਰਤ ਦੀ ਕਮਾਈ ਵੀ ਤੇ ਭਗਤੀ ਦੀ ਕਮਾਈ ਵੀ, ਤੇ ਉਹਦੇ ਨਾਲ ਅਸੀਂ ਆਪਣਾ ਜੀਵਨ ਜਿਹੜਾ ਉਹ ਸੁਖੀ ਬਤੀਤ ਕਰ ਸਕਦੇ ਆ। ਤੇ ਇੱਕ ਹੋਰ ਫਰਮਾਨ ਹੈ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਤੇ ਇਹਦੇ ਵੀ ਜਿਹੜੇ ਵਿਦਵਾਨ ਆ ਦੋਨੋਂ ਹੀ ਅਰਥ ਕੱਢਦੇ ਆ। ਤੇ ਇੱਕ ਤਾਂ ਇਹਦਾ ਅਰਥ ਹੈ ਕਿ ਆਮ ਤੌਰ ਤੇ ਬਹੁਤ ਵਾਰੀ ਇਹ ਜਿਹੜਾ ਕਿਰਤ ਦੀ ਮਹਾਨਤਾ ਜਿੱਥੇ ਵੀ ਕੋਈ ਗੱਲ ਕਰਦਾ ਤੇ ਉਹ ਇਸ ਤੁਕ ਦੀ ਜ਼ਰੂਰ ਰੈਫਰੈਂਸ ਦਿੰਦਾ। ਤੇ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਸੋ ਇਹਦੇ ਵਿੱਚ ਆ ਗਿਆ ਕਿ ਅਸੀਂ ਆਪਣੇ ਹੱਥੀਂ ਆਪਣਾ ਕੰਮ, ਵੀ ਕਿਰਤ ਅਸੀਂ ਕਰਨੀ, ਆਪਣੇ ਹੱਥਾਂ ਨਾਲ ਆਪਣਾ ਕੰਮ ਆਪ ਕਰਨਾ, ਇਹ ਨਹੀਂ ਵੀ ਦੂਜੇ ਕੋਲੋਂ ਕਰਾਈਏ। ਤੇ ਦੂਸਰਾ ਹੈਗਾ ਕਿ ਜੇ ਅਸੀਂ ਭਗਤੀ ਦੀ ਕਮਾਈ ਕਰਨੀ ਆ, ਜੇ ਅਸੀਂ ਪਰਮਾਤਮਾ ਦੇ ਨਾਲ ਜੁੜਨ ਦੀ ਸਾਡੀ ਇੱਛਾ ਹੈ ਇਸ ਜਨਮ ਦੇ ਵਿੱਚ, ਜੋ ਸਾਡਾ ਅਸਲੀ ਕਾਰਜ ਆ ਜਿਸ ਲਈ ਸਾਨੂੰ
परमात्मा ने काल पुरख ने इत्थे भेजिया भई प्राप्त मानक दे हरिया गोविंद मिलन कीए तेरी बरिया। ਤੇ ਉਹ ਵੀ ਸਾਨੂੰ ਇੱਥੇ ਗੁਰੂ ਸਾਹਿਬ ਹਦਾਇਤ ਕਰਦੇ ਆ ਕਿ ਤੁਸੀਂ ਜਿਹੜਾ ਆਪ ਹੀ ਕਰਨਾ, ਇਹ ਨਹੀਂ ਵੀ ਕਿਸੇ ਕੋਲੋਂ ਆਪਾਂ ਪੈਸੇ ਦੇ ਕੇ ਜਿਹੜਾ ਜਾਪ ਕਰਾ ਲਈਏ ਤੇ ਜਾਂ ਆਪਾਂ ਕਿਸੇ ਕੋਲੋਂ ਸਿਮਰਨ ਕਰਾ ਲਈਏ ਜਾਂ ਕਿਸੇ ਕੋਲੋਂ ਪਾਠ ਕਰਾ ਲਈਏ ਤੇ ਆਪ ਸੁਣੀਏ ਵੀ ਨਾ, ਤੇ ਵੀ ਅਸੀਂ ਆਪਣੇ ਹੱਥੀਂ ਜੇ ਆਪਣਾ ਜਿਹੜਾ ਭਗਤੀ ਦਾ ਕੰਮ ਆ ਉਹ ਵੀ ਅਸੀਂ ਆਪਣੇ ਹੱਥੀਂ ਕਰਾਂਗੇ ਤੇ ਤਾਂ ਹੀ ਉਹ ਸਾਡਾ ਸਫਲ ਹੋਣਾ। ਤੇ ਇਹ ਦੋਨੋਂ ਹੀ ਇੱਥੇ ਮੀਨਿੰਗ ਨਿਕਲਦੇ ਸਾਧ ਸੰਗਤ ਜੀ। ਤੇ ਅਗਲਾ ਪੁਆਇੰਟ ਆ ਗਿਆ, ਇਹ ਤਾਂ ਹੈ ਸਰੀਰਕ ਅਰੋਗਤਾ ਦੇ ਲਈ। ਹੁਣ ਆ ਗਿਆ ਮਾਨਸਿਕ ਅਰੋਗਤਾ ਦੇ ਲਈ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਆ, ਤੇ ਉਹਦੇ ਲਈ ਇਸ ਗੁਰੂ ਸਾਹਿਬ ਨੇ ਸਾਨੂੰ ਕੀ ਕੀ ਹਦਾਇਤਾਂ ਕੀਤੀਆਂ, ਕਿੱਥੇ ਕਿੱਥੇ ਸੇਧ ਦਿੱਤੀ ਆ, ਕਿੱਥੇ ਕਿੱਥੇ ਅਗਵਾਈ ਕੀਤੀ ਆ ਸਾਡੀ। ਤੇ ਉਹਦੇ ਵਿੱਚ ਸਾਧ ਸੰਗਤ ਜੀ ਮਾਨਸਿਕ ਅਰੋਗਤਾ 'ਚ ਪਹਿਲਾ ਪੁਆਇੰਟ ਆ ਗਿਆ ਅਚਿੰਤ ਰਹਿਣਾ, ਕਿ ਚਿੰਤਾ ਤੋਂ ਰਹਿਤ ਹੋਣਾ। ਸਾਨੂੰ ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਚਿੰਤਾ ਚਿੰਬੜੀ ਹੋਈ ਆ। ਗੁਰੂ ਸਾਹਿਬ ਦਾ ਵੀ ਫਰਮਾਨ ਹੈ, ਵੱਡੇ ਵੱਡੇ ਜੋ ਦੀਸੈ ਲੋਗ ਤਿੰਨ ਕੋ ਵਿਆਪੈ ਚਿੰਤਾ ਰੋਗ, ਕਿ ਜਿੰਨੇ ਵੀ ਵੱਡੇ ਲੋਕ ਦਿਸਦੇ ਆ ਉਹ ਸਾਰਿਆਂ ਨੂੰ ਚਿੰਤਾ ਚਿੰਬੜੀ ਹੋਈ ਆ, ਗੁਰੂ ਸਾਹਿਬ ਕਹਿੰਦੇ ਆ। ਤੇ ਹੁਣ ਤਾਂ ਉਸ ਜ਼ਮਾਨੇ ਦੀ ਗੁਰੂ ਸਾਹਿਬ ਨੇ ਗੱਲ ਕੀਤੀ ਆ, ਪਰ ਗੁਰਬਾਣੀ ਤਾਂ ਸਦੀਵੀ ਸੱਚ ਆ। ਹੁਣ ਤਾਂ ਉਸ ਤੋਂ ਵੀ ਕਿਤੇ ਵੱਧ ਸਾਨੂੰ ਚਿੰਤਾਵਾਂ ਚਿੰਬੜੀਆਂ ਹੋਈਆਂ। ਆਪਾਂ ਕਹਿ ਦਈਦਾ ਫਲਾਨਾ ਬੰਦਾ ਜਿਹੜਾ ਉਹ ਤਾਂ ਜੀ ਬੜਾ ਅਮੀਰ ਆ, ਉਹ ਤਾਂ ਬੜਾ ਵੱਡਾ ਆ, ਤੇ ਉਹਨੂੰ ਕੀ ਚਿੰਤਾ, ਉਹ ਤਾਂ ਏਡੇ ਵੱਡੇ ਅਹੁਦੇ ਤੇ ਆ। ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਚਿੰਤਾਵਾਂ ਚਿੰਬੜੀਆਂ ਹੋਈਆਂ। ਜਿੰਨੇ ਅਫਸਰ ਆ ਜਾਂ ਕੋਈ ਹਾਕਮ ਆ ਉਹਨੂੰ ਚਿੰਤਾ ਆ ਮੇਰੇ ਹੇਠੋਂ ਕੁਰਸੀ ਨਾ ਖਿਸਕ ਜਾਵੇ। ਇਹ ਆਮ ਲੋਕਾਂ ਨੂੰ ਆਪਣੀ ਰੋਜ਼ੀ ਰੋਟੀ ਦੀ ਚਿੰਤਾ ਆ। ਤੇ ਜਿਹੜਾ ਵੀ ਬੰਦਾ, ਹਰ ਬੰਦਾ ਜਿਹੜਾ ਉਹਨੂੰ ਕੋਈ ਨਾ ਕੋਈ ਚਿੰਤਾ ਚਿੰਬੜੀ ਹੋਈ ਆ। ਗੁਰੂ ਸਾਹਿਬ ਕਹਿੰਦੇ ਕਿ ਦੁਨੀਆ 'ਚ ਜਿੰਨੇ ਵੀ ਬੰਦੇ ਆ, ਜਿਵੇਂ ਉਧਰ ਇੰਡੀਆ 'ਚ ਬੈਠੇ ਲੋਕ ਆਪਣੇ ਆਮ ਹੀ ਕਹਿ ਦਿੰਦੇ ਆ, ਲੈ ਫਲਾਨਾ ਤਾਂ ਕੈਨੇਡਾ ਚਲ ਗਿਆ ਮੌਜਾਂ ਕਰਦਾ, ਉਹਨੂੰ ਕਾਹਦੀ ਚਿੰਤਾ। ਤੇ ਇਹ ਨਹੀਂ ਪਤਾ ਵੀ ਕੈਨੇਡਾ ਵਾਲਿਆਂ ਨੂੰ ਵੀ ਕਿੰਨੀ ਸਟਰਗਲ ਕਰਨੀ ਪੈਂਦੀ ਆ, ਹਨਾ। ਹਰ ਬੰਦੇ ਨੂੰ ਜਿਹੜੀ ਕੋਈ ਨਾ ਕੋਈ ਚਿੰਤਾ ਚਿੰਬੜੀ ਹੋਈ ਆ, ਤੇ ਹਰ ਇੱਕ ਨੂੰ ਇਹ ਰੋਗ ਲੱਗਾ ਆ। ਇੱਕ ਹੋਰ ਫਰਮਾਨ ਹੈ, ਚਿੰਤਤ ਹੀ ਦੀਸੈ ਸਭ ਕੋਏ ਚੇਤੈ ਏਕ ਤੂੰ ਹੀ ਸੁਖ ਹੋਏ। ਤੇ ਗੁਰੂ ਸਾਹਿਬ ਕਹਿੰਦੇ ਕਿ ਸਾਰੀ ਦੁਨੀਆ ਜਿਹੜੀ ਆ ਉਹ ਚਿੰਤਾ ਦੇ ਵਿੱਚ ਦਿਸ ਰਹੀ ਆ, ਤੇ ਸਿਰਫ ਉਹ ਬੰਦਾ ਹੀ ਸੁਖੀ ਆ ਜਿਹੜਾ ਉਸ ਇੱਕ ਪਰਮਾਤਮਾ ਦਾ ਚਿੰਤਨ ਕਰਦਾ, ਉਹ ਹੀ ਸੁਖੀ ਆ। ਤੇ ਫਿਰ ਗੁਰੂ ਸਾਹਿਬ ਇਹਦਾ ਹੱਲ ਦੱਸਦੇ ਆ ਕਿ ਚਿੰਤਾ ਦਾ ਕੀ ਹੱਲ ਆ। 9ਵੇਂ ਪਾਤਸ਼ਾਹ ਨੇ ਸਾਨੂੰ ਇੱਕ ਉਹਨਾਂ ਦਾ ਸ਼ਲੋਕ ਹੈ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਤੇ 9ਵੇਂ ਪਾਤਸ਼ਾਹ ਨੇ ਕਿਹਾ ਵੀ ਅਸੀਂ ਚਿੰਤਾ ਕਿਹੜੀ ਗੱਲ ਦੀ ਕਰਨੀ ਆ, ਕੋਈ ਅਨਹੋਣੀ ਤਾਂ ਸਾਡੇ ਨਾਲ ਵਾਪਰ ਨਹੀਂ ਰਹੀ। ਕਿਉਂਕਿ ਜਿਹੜਾ ਹੈਗਾ ਜਿੰਨਾ ਵੀ ਸ੍ਰਿਸ਼ਟੀ ਦੀ ਚੀਜ਼ਾਂ ਆ, ਹਰ ਇੱਕ ਵਸਤੂ ਨਾਸ਼ਵਾਨ ਆ, ਸ੍ਰਿਸ਼ਟੀ ਦੀ ਹਰ ਇੱਕ ਚੀਜ਼। ਤੇ ਅਸੀਂ ਵੀ ਬ੍ਰਹਿਮੰਡ ਦਾ ਇੱਕ ਅੰਸ਼ ਆ, ਤੇ ਅਸੀਂ ਵੀ ਜੇ ਜੰਮਿਆ ਜਿਹਨੇ ਉਹਨੇ ਉਹਦੀ ਮੌਤ ਹੋਣੀ ਆ ਤੇ ਉਹਨੇ ਜਾਣਾ ਹੀ ਆ। ਇਹ ਕੋਈ ਅਨਹੋਣੀ ਨਹੀਂ ਵਾਪਰ ਰਹੀ, ਇਹ ਸਾਰੀ ਸ੍ਰਿਸ਼ਟੀ ਦੇ ਵਿੱਚ ਇਹ ਵਰਤਾਰਾ ਹੈ। ਤੇ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ। ਇਸ ਸੰਸਾਰ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਆ ਉਹ ਸਥਿਰ ਨਹੀਂ ਰਹਿਣ ਵਾਲੀ। ਤੇ ਸਾਨੂੰ ਜਿਹੜਾ ਕਿਸੇ ਦੀ ਮੌਤ ਤੇ ਵੀ ਉਹਨਾਂ ਨੇ ਕਿਹਾ ਕਿ ਸਾਨੂੰ ਅਫਸੋਸ ਨਹੀਂ ਕਰਨਾ ਚਾਹੀਦਾ, ਉਹਦੀ ਅਮਾਨਤ ਉਹ ਲੈ ਗਿਆ। ਤੇ ਇੱਕ ਹੋਰ ਫਰਮਾਨ ਹੈ ਐਸਾ ਸੰਗਤ ਜੀ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਇਨ ਤਿਨਾ ਵੀ ਰੋਜ਼ੀ ਦੇ, ਉੱਥੇ ਹਟ ਨਾ ਚੱਲਈ ਨਾ ਕੋ ਕਿਰਸ ਕਰੇ। ਤੇ 955 ਅੰਗ ਤੇ ਇਹ ਹੈ ਫਰਮਾਨ, ਨਾਨਕ ਚਿੰਤਾ ਮਤ ਕਰੋ। ਆਵੇਂ ਜਿਹੜਾ ਇਸ ਦਾ ਹਵਾਲਾ ਦਿੱਤਾ ਜਾਂਦਾ ਚਿੰਤਾ ਕਰਨ ਵਾਲਿਆਂ ਨੂੰ, ਕਿਉਂਕਿ ਬਹੁਤੀ ਚਿੰਤਾ ਜਿਹੜੀ ਆ ਉਹਦੇ ਨਾਲ ਅਸੀਂ ਡਿਪਰੈਸ਼ਨ 'ਚ ਚਲੇ ਜਾਂਦੇ ਆ, ਤਣਾਅ ਵੱਧ ਜਾਂਦਾ, ਸਟ੍ਰੈਸ ਇਸ ਦੁਨੀਆ 'ਚ ਉਦਾਂ ਹੀ ਬਹੁਤ ਆ। ਤੇ ਸੋ ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਚਿੰਤਾ ਉਹ ਪਰਮਾਤਮਾ ਤੇ ਛੱਡ ਦਿਓ, ਜਿਹਨੇ ਤੁਹਾਨੂੰ ਪੈਦਾ ਕੀਤਾ ਉਹਦੇ ਤੇ ਛੱਡੋ। ਤੇ ਉਹਨੂੰ ਆਪ ਹੀ ਤੁਹਾਡਾ ਫਿਕਰ ਆ, ਉਹਨੂੰ ਤਾਂ ਜਿਹੜੇ ਜਲ ਦੇ ਵਿੱਚ ਪਾਣੀ ਦੇ ਵਿੱਚ ਜੀਵ ਆ ਤੇ ਉਹਨਾਂ ਦਾ ਵੀ ਫਿਕਰ ਆ, ਉਹਨਾਂ ਦੀ ਰੋਜ਼ੀ ਰੋਟੀ ਦਾ ਵੀ ਪ੍ਰਬੰਧ ਕੀਤਾ ਪਰਮਾਤਮਾ ਨੇ। ਤੇ ਉੱਥੇ ਕਿਹੜਾ ਕੋਈ ਦੁਕਾਨ ਚੱਲਦੀ ਆ ਜਾਂ ਕੋਈ ਵਾਹੀ ਕਰਦਾ, ਹਨਾ। ਉੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ, ਤੇ ਇਹ ਪੂਰਾ ਸ਼ਬਦ ਹੈ ਇਸ ਤਰ੍ਹਾਂ। ਤੇ ਵੀ ਉੱਥੇ ਉਹਨਾਂ ਦੀ ਵੀ ਰੋਜ਼ੀ ਰੋਟੀ ਦਾ ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਪ੍ਰਬੰਧ ਕੀਤਾ ਆ। ਤਾਂ ਤੁਸੀਂ ਆਪਣੀ ਚਿੰਤਾ ਨਾ ਕਰੋ। ਇਹ ਨਹੀਂ ਵੀ ਵਿਹਲੇ ਬੈਠੇ ਰਹਿਣਾ, ਨਾਲ ਇਹ ਵੀ ਗੱਲ ਆ ਕਿ ਇਹਦਾ ਮਤਲਬ ਇਹ ਨਾ ਆਪਾਂ ਕੱਢ ਲਈਏ ਕਿ ਵਿਹਲੇ ਬੈਠੇ ਰਹਿਣਾ ਤੇ ਆਪਾਂ ਕੋਈ ਫਿਕਰ ਹੀ ਨਹੀਂ ਕਰਨਾ ਵੀ ਪਰਮਾਤਮਾ ਆਪੇ ਰੋਟੀ ਦਊਗਾ, ਸਾਡੇ ਮੂੰਹ 'ਚ ਪਾਊਗਾ। ਇਹ ਨਹੀਂ ਕਰਨਾ। ਸਾਨੂੰ ਜਿਹੜਾ ਹੈ ਗੁਰੂ ਸਾਹਿਬ ਨੇ ਸਾਨੂੰ ਉਦਮ ਕਰਨ ਦੇ ਲਈ ਵੀ ਪ੍ਰੇਰਨਾ ਦਿੱਤੀ ਆ, ਕਿਰਤ ਕਰਨ ਦੀ ਵੀ ਪ੍ਰੇਰਨਾ ਦਿੱਤੀ ਆ, ਪਰ ਉਹਦੀ ਜਿਹੜੀ ਰੋਜ਼ੀ ਰੋਟੀ ਦੀ ਚਿੰਤਾ ਮਨ ਤੇ ਲਾ ਕੇ ਕੋਈ ਬਿਮਾਰੀ ਨਹੀਂ ਸਹੇੜ ਲੈਣੀ, ਕਿਰਤ ਜ਼ਰੂਰ ਕਰਨੀ ਆ। ਅਗਲਾ ਪੁਆਇੰਟ ਹੈ ਸਾਧ ਸੰਗਤ ਜੀ, ਨਿਰਭੈ ਹੋਣਾ।
ਤੇ ਨਿਰਭੈ ਅਸੀਂ ਤਾਂ ਹੀ ਹੋ ਸਕਦੇ ਹਾਂ ਤੇ ਜੇ ਅਸੀਂ ਉਸ ਪਰਮਾਤਮਾ ਦੇ ਨਾਲ ਜੁੜੀਏ, ਉਸ ਨਿਰਭਉ ਦੇ ਨਾਲ ਜੁੜੀਏ, ਉਹਦਾ ਜਾਪ ਕਰੀਏ। ਇਹਦੇ ਲਈ ਇੱਕ ਫਰਮਾਨ ਹੈ, ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤਾ। 9ਵੇਂ ਪਾਤਸ਼ਾਹ ਦਾ ਫਰਮਾਨ ਹੈ ਸਾਧ ਸੰਗਤ ਜੀ। ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤਾਨ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਵਖਾਨ। ਸ਼ਲੋਕ ਮਹਲਾ 9ਵਾਂ ਹੈ। ਤੇ ਇਹਦੇ ਵਿੱਚ ਉਹ ਕਹਿੰਦੇ ਆ ਕਿ ਜਿਹੜਾ ਨਾ ਕਿਸੇ ਤੋਂ ਡਰੋ ਤੇ ਨਾ ਕਿਸੇ ਨੂੰ ਡਰਾਓ, ਵੀ ਦੋਨੋਂ ਹੀ ਜਿਹੜੇ ਕੰਮ ਆਪਾਂ ਨਹੀਂ ਕਰਨੇ, ਨਾ ਡਰਨਾ ਤੇ ਨਾ ਡਰਾਉਣਾ। ਤੇ ਉਹ ਕਹਿੰਦੇ ਵੀ ਉਹੀ ਬੰਦਾ ਸਮਝ ਵਾਲਾ ਆ ਜਿਹਨੂੰ ਇਹ ਗੱਲ ਸਮਝ ਆ ਜਾਂਦੀ ਆ ਕਿ ਨਾ ਡਰਨਾ ਤੇ ਨਾ ਡਰਾਉਣਾ। ਤੇ ਇੱਕ ਹੋਰ ਫਰਮਾਨ ਹੈ, ਨਿਰਭਉ ਜਪੈ ਸਗਲ ਭਉ ਮਿਟੇ। ਤੇ ਇਹ ਸਰਦਾਰ ਹਰਦਿਆਲ ਸਿੰਘ ਜੀ ਵੀ ਜਦੋਂ IAS ਰਿਟਾਇਰਡ ਸਮਾਗਮਾਂ ਚ ਆਉਂਦੇ ਹੁੰਦੇ ਸਰਬਰੁਖ ਔਖ ਦੇ ਨਾਮ ਚ, ਤੇ ਉਹ ਕਹਿੰਦੇ ਹੁੰਦੇ ਆ ਕਿ ਜੇ ਅਸੀਂ ਜਿਹੜਾ ਉਸ ਅਕਾਲ ਪੁਰਖ ਦੇ ਗੁਣਾਂ ਨੂੰ, ਉਹਨਾਂ ਦੀ ਸਿਫਤ ਸਲਾਹ ਨੂੰ ਗਾਉਂਦੇ ਆ ਤਾਂ ਉਹ ਗੁਣ ਸਾਡੇ ਅੰਦਰ ਹੌਲੀ ਹੌਲੀ ਪ੍ਰਗਟ ਹੋ ਜਾਂਦੇ ਆ। ਜਿਸ ਤਰ੍ਹਾਂ ਆਪਾਂ ਨਿਰਭਉ ਨਿਰਵੈਰ ਆਂਦਾ ਆਪਣੇ ਮੂਲ ਮੰਤਰ ਚ, ਮੂਲ ਮੰਤਰ ਦਾ ਜਾਪ ਕਰਾਂਗੇ ਤਾਂ ਅਸੀਂ ਹੌਲੀ ਹੌਲੀ ਅਸੀਂ ਵੀ ਨਿਰਭਉ ਨਿਰਵੈਰ ਹੁੰਦੇ ਜਾਵਾਂਗੇ। ਉਹ ਗੁਣ ਸਾਡੇ ਅੰਦਰ ਪ੍ਰਗਟ ਹੋ ਜਾਂਦੇ ਆ ਅਕਾਲ ਪੁਰਖ ਵਾਹਿਗੁਰੂ ਦੇ, ਜੇ ਅਸੀਂ ਬਾਰ-ਬਾਰ ਉਹਨਾਂ ਦਾ ਜਾਪ ਕਰਦੇ ਹਾਂ। ਸੋ ਇਸ ਤਰ੍ਹਾਂ ਜੇ ਅਸੀਂ ਉਸ ਅਕਾਲ ਪੁਰਖ ਦੀ ਯਾਦ 'ਚ ਜੁੜਦੇ ਹਾਂ, ਜਿਹੜਾ ਨਿਰਭਉ ਆ, ਜਿਹੜਾ ਨਿਰਵੈਰ ਆ, ਤਾਂ ਅਸੀਂ ਵੀ ਹੌਲੀ-ਹੌਲੀ ਉਹਨਾਂ ਗੁਣਾਂ ਦੇ ਧਾਰਨੀ ਹੋ ਜਾਵਾਂਗੇ। ਤੇ ਅਗਲਾ ਪੁਆਇੰਟ ਹੈ ਸਾਧ ਸੰਗਤ ਜੀ, ਇੱਕ ਰੱਬ ਤੇ ਭਰੋਸਾ। ਤੇ ਸਾਨੂੰ ਗੁਰੂ ਸਾਹਿਬ ਨੇ ਕਿਹਾ ਕਿ ਇੱਕ ਪਰਮਾਤਮਾ ਤੇ ਭਰੋਸਾ ਰੱਖੋ। ਤੇ ਜਦੋਂ ਅਸੀਂ ਭਰੋਸਾ ਰੱਖਦੇ ਪਰਮਾਤਮਾ ਤੇ ਸਾਡੇ ਮਨ ਨੂੰ ਦ੍ਰਿੜ ਵਿਸ਼ਵਾਸ ਹੋ ਜਾਂਦਾ ਕਿ ਸਾਨੂੰ ਪਰਮਾਤਮਾ ਨੇ ਜਿਹੜਾ ਹੱਥ ਦੇ ਕੇ ਆਪੇ ਹੀ ਰੱਖਣਾ ਹੈ ਨਾ। ਤੂੰ, ਇਹ ਗੁਰਬਾਣੀ ਦਾ ਫਰਮਾਨ ਹੈ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ। ਜਿਨੇ ਪੈਦਾਇਸ਼ ਤੂੰ ਕੀਆ, ਸੋਈ ਦੇ ਆਧਾਰ। ਸੋ ਗੁਰੂ ਸਾਹਿਬ ਕਹਿੰਦੇ ਭਾਈ ਤੂੰ ਕਿਉਂ ਘਬਰਾਉਣਾ, ਤੈਨੂੰ ਪੈਦਾ ਕਰਨ ਵਾਲਾ ਜ਼ਰੂਰ ਤੇਰੀ ਰੱਖਿਆ ਕਰੂਗਾ। ਤੇ ਇੱਕ ਹੋਰ ਫਰਮਾਨ ਹੈ ਇਸੇ ਤਰ੍ਹਾਂ ਦਾ ਹੀ, ਸੌਖੇ ਸੌਖੇ ਫਰਮਾਨ ਮੈਂ ਲਏ ਸਾਧ ਸੰਗਤ ਜੀ, ਵੀ ਜਿਹੜੇ ਆਪਾਂ ਨੂੰ ਸਮਝ ਆ ਜਾਣ। ਰਾਖਾ ਇੱਕ ਹਮਾਰਾ ਸੁਆਮੀ, ਸਗਲ ਘਟਾ ਕਾ ਅੰਤਰ ਜਾਮੀ। ਸੋ ਇਹ ਵੀ ਫਰਮਾਨ ਆਪਣੇ ਮਨ 'ਚ ਆਪਾਂ ਵਸਾਈਏ ਤਾਂ ਸਾਡੇ ਮਨ ਨੂੰ ਜਿਹੜਾ ਬਹੁਤ ਹੌਸਲਾ ਮਿਲਦਾ, ਬਹੁਤ ਧਰਵਾਸ ਮਿਲਦਾ। ਤੇ ਇੱਕ ਹੋਰ ਫਰਮਾਨ ਹੈ, ਹਰ ਬਿਨ ਕੋਈ ਮਾਰ ਜਿਵਾਲ ਨਾ ਸਕੇ, ਸਕੈ ਮਨ ਹੋਏ ਨਿਚਿੰਤ ਨਿਸਲ ਹੋ ਰਹੀਏ। ਸੋ ਪਰਮਾਤਮਾ ਤੋਂ ਬਿਨਾਂ ਨਾ ਤਾਂ ਕੋਈ ਸਾਨੂੰ ਜਿੰਦਾ ਕਰ ਸਕਦਾ, ਜਨਮ ਦੇ ਸਕਦਾ, ਤੇ ਨਾ ਹੀ ਕੋਈ ਸਾਨੂੰ ਮਾਰ ਸਕਦਾ। ਕਈ ਲੋਕ ਜਿਹੜੇ ਆ ਸਾਧ ਸੰਗਤ ਜੀ ਕਿੰਨਾ ਮੌਤ ਤੋਂ ਡਰਦੇ ਆ, ਹਨਾ, ਵੀ ਉਹਨਾਂ ਦੇ ਕਹਿੰਦੇ ਤੁਹਾਡੀ ਜੀ ਜਾਨ ਨੂੰ ਖਤਰਾ, ਤੇ ਸਿਕਿਉਰਿਟੀ ਕਿੰਨੀ ਕਿੰਨੀ ਲੈ ਲੈਂਦੇ। ਕੀ ਉਹ ਸਿਕਿਉਰਿਟੀ ਉਹਨਾਂ ਨੂੰ ਬਚਾ ਦਿੰਦੀ ਆ? ਇੰਦਰਾ ਗਾਂਧੀ ਦੀ ਮਿਸਾਲ ਆਪਣੇ ਸਾਹਮਣੇ ਆ, ਕੀ ਸਿਕਿਉਰਿਟੀ ਉਹਨੂੰ ਬਚਾ ਸਕੀ? ਉਹ ਤਾਂ ਪਰਮਾਤਮਾ ਨੇ ਜਿੱਥੇ ਸਾਡੀ ਮੌਤ ਲਿਖੀ ਆ, ਜਿਸ ਤਰ੍ਹਾਂ ਲਿਖੀ ਆ, ਜਿਸ ਬੰਦੇ ਦੇ ਹੱਥੋਂ ਲਿਖੀ ਆ, ਜੇ ਕਿਸੇ ਦੇ ਹੱਥੋਂ ਲਿਖੀ ਆ, ਜੇ ਨੈਚੁਰਲ ਡੈਥ ਹੋਣੀ ਆ, ਉਹ ਸਾਰਾ ਕੁਝ ਪਰਮਾਤਮਾ ਨੂੰ ਪਤਾ, ਉਹਦਾ ਸਾਨੂੰ ਨਹੀਂ ਪਤਾ। ਤੇ ਸੋ ਸਾਨੂੰ ਕੋਈ ਮਾਰ ਵੀ ਨਹੀਂ ਸਕਦਾ, ਉਹਦੇ ਹੁਕਮ ਤੋਂ ਬਿਨਾਂ ਕੋਈ ਮਾਰ ਸਕਦਾ, ਨਾ ਕੋਈ ਜਿੰਦਾ ਕਰ ਸਕਦਾ, ਨਾ ਸਾਡੀ ਕੋਈ ਰੱਖਿਆ ਕਰ ਸਕਦਾ। ਸੋ ਆਪਾਂ ਨੂੰ ਜਿਹੜਾ ਆ ਇਸ ਮਾਮਲੇ ਦੇ ਵਿੱਚ ਜਿਹੜਾ ਕੋਈ ਨਿਸ਼ਚਿੰਤ ਰਹਿਣਾ ਚਾਹੀਦਾ, ਕਿ ਕਿਸੇ ਤੋਂ ਡਰਨਾ ਨਹੀਂ ਚਾਹੀਦਾ ਕਿ ਫਲਾਨਾ ਮੈਨੂੰ ਮਾਰ ਨਾ ਦੇਵੇ, ਮੇਰੀ ਜਾਨ ਨੂੰ ਖਤਰਾ ਆ, ਆਹ ਨਾ ਹੋ ਜਾਵੇ। ਸੋ ਜੀਵਨ ਮੌਤ ਜਿਹੜਾ ਪਰਮਾਤਮਾ ਦੇ ਹੱਥ ਆ, ਕੋਈ ਬੰਦਾ ਜਿਹੜਾ ਉਹ ਸਾਨੂੰ ਜ਼ੋਰ ਜ਼ਬਰਦਸਤੀ ਨਹੀਂ ਮਾਰ ਸਕਦਾ। ਤੇ ਇੱਕ ਹੋਰ ਅਗਲਾ ਫਰਮਾਨ ਹੈ ਸਾਧ ਸੰਗਤ ਜੀ, ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਸੋ ਇਹ ਤੇ ਵੀ ਆਪਾਂ ਟੇਕ ਰੱਖਣੀ ਆ। ਇਹਨੇ ਵੀ ਆਪਾਂ ਕਈ ਲੋਕ ਕਰਦੇ ਆ, ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੱਥਾ ਟੇਕ ਲਿਆ, ਕਿਸੇ ਪੀਰ ਦੀ ਦਰਗਾਹ ਤੇ ਜਾ ਕੇ ਵੀ ਚਾਦਰ ਚੜਾ ਦਿੱਤੀ, ਕਿਸੇ ਮਣੀ ਮਸਾਣਾ ਨੂੰ ਵੀ ਪੂਜ ਲਿਆ, ਜਾਂ ਜੋਤਸ਼ੀਆਂ ਪੰਡਤਾਂ ਕੋਲ ਵੀ ਮਹੂਰਤ ਕਢਾਉਣ ਚਲੇ ਗਏ, ਹਨਾ। ਮਤਲਬ ਕਈ ਪਾਸੇ ਮਨ ਭਟਕਦਾ ਰਹਿੰਦਾ। ਇੱਕ ਪਰਮਾਤਮਾ ਤੇ ਟੇਕ ਰੱਖਣੀ ਆ। ਜੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਤਾਂ ਫਿਰ ਆਪਾਂ ਹੋਰ ਕਿਸੇ ਪਾਸੇ ਨਹੀਂ ਜਾਣਾ। ਆਮ ਦੇਖਿਆ ਆਪਣੇ ਲੋਕੀ ਉਹ ਉਂਗਲੀਆਂ 'ਚ ਨਗ ਜੇ ਪਾਈ ਫਿਰਦੇ ਆ, ਮੁੰਦਰੀਆਂ 'ਚ, ਹਨਾ, ਤੇ ਬਹੁਤ ਪਾਸੇ ਭਟਕਦੇ ਆ। ਸੋ ਆਪਾਂ ਇੱਕ ਪਰਮਾਤਮਾ ਦੇ ਉੱਤੇ ਜੇ ਟੇਕ ਰੱਖੋ ਤਾਂ ਉਹੀ ਸਾਡਾ ਸਹਾਈ ਹੋਊਗਾ, ਤੇ ਉਹਨੇ ਹਰ ਵੇਲੇ ਸਾਡੀ ਰੱਖਿਆ ਕਰਨੀ ਆ। ਤੇ ਅਗਲਾ ਪੁਆਇੰਟ ਹੈ ਸਾਧ ਸੰਗਤ ਜੀ, ਕਿ ਰਜ਼ਾ ਵਿੱਚ ਰਹਿਣਾ ਤੇ ਭਾਣਾ ਮੰਨਣਾ ਮਾਨਸਿਕ ਰੋਗਤਾ ਲਈ। ਸੋ ਸਾਨੂੰ ਪਰਮਾਤਮਾ ਦੀ ਰਜ਼ਾ 'ਚ ਰਹਿਣਾ ਚਾਹੀਦਾ, ਉਹਦਾ ਭਾਣਾ ਮੰਨਣਾ ਚਾਹੀਦਾ, ਉਹਦੇ ਹੁਕਮ 'ਚ ਰਹਿਣਾ ਚਾਹੀਦਾ। ਗੁਰਬਾਣੀ ਦੀ ਤੁਕ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਜਪਜੀ ਸਾਹਿਬ ਦੇ ਵਿੱਚ ਆਂਦਾ। ਸੋ ਅਸੀਂ ਉਹਦੇ ਹੁਕਮ ਨੂੰ ਜੇ ਪਛਾਣ ਲਵਾਂਗੇ, ਉਹਦੀ ਰਜ਼ਾ ਨੂੰ ਪਛਾਣ ਲਵਾਂਗੇ, ਤਾਂ ਅਸੀਂ ਜਿਹੜੇ ਆ ਸੁਖੀ ਰਵਾਂਗੇ। ਤੇ ਇੱਕ ਹੋਰ ਫਰਮਾਨ ਹੈ ਸਾਧ ਸੰਗਤ ਜੀ, ਭਾਣਾ ਮੰਨੇ ਸਦਾ ਸੁਖ ਹੋਏ।
ਸੋ ਜਿਹੜਾ ਜਦੋਂ ਅਸੀਂ ਭਾਣਾ ਮੰਨ ਲੈਂਦੇ ਹਾਂ, ਭਾਣੇ ਨੂੰ ਖੁਸ਼ੀ ਨਾਲ ਸਵੀਕਾਰ ਕਰਦੇ ਹਾਂ, ਦੁੱਖ ਹੋਵੇ ਸੁੱਖ ਹੋਵੇ ਉਹਨੂੰ ਭਾਣਾ ਕਰਕੇ ਮੰਨ ਲੈਂਦੇ ਹਾਂ, ਤਾਂ ਅਸੀਂ ਸੁਖੀ ਰਵਾਂਗੇ। ਤੇ ਇੱਕ ਹੋਰ ਫਰਮਾਨ ਹੈ ਕਿ ਦੱਦਾ ਦੋਸ ਨਾ ਦੇਉ ਕਿਸੇ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰਜਨਾ। ਸੋ ਸਾਧ ਸੰਗਤ ਜੀ, ਅਸੀਂ ਦੂਜਿਆਂ ਨੂੰ ਕਈ ਵਾਰੀ ਦੋਸ਼ ਦਿੰਦੇ ਰਹਿੰਦੇ ਹਾਂ, ਫਲਾਣੇ ਨੇ ਮੇਰੇ ਨਾਲ ਆਹ ਕੀਤਾ ਤਾਂ ਮੇਰਾ ਏਦਾਂ ਹੋ ਗਿਆ, ਤਾਂ ਮੇਰਾ ਕੰਮ ਖਰਾਬ ਹੋ ਗਿਆ, ਹਨਾ। ਤੇ ਉਹ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਆ ਕਿ ਤੁਹਾਡੇ ਜਿਹੜੇ ਆਪਣੇ ਕਰਮਾਂ ਦਾ ਫਲ ਹੀ ਤੁਹਾਨੂੰ ਮਿਲ ਰਿਹਾ, ਜਿਵੇਂ ਜਪਜੀ ਸਾਹਿਬ 'ਚ ਵੀ ਆਉਂਦਾ, ਆਪੇ ਵੀ ਆਪੇ ਹੀ ਖਾ। ਤੇ ਸੋ ਤੁਹਾਡੇ ਕਰਮਾਂ ਦਾ ਫਲ ਹੀ ਆ, ਉਹ ਸਾਨੂੰ ਮਿਲ ਰਿਹਾ। ਤੇ ਸਾਨੂੰ ਕਿਸੇ ਤੇ ਦੋਸ਼ ਨਹੀਂ ਦੇਣਾ ਚਾਹੀਦਾ ਕਿ ਫਲਾਣੇ ਨੇ ਮੇਰੇ ਨਾਲ ਆਹ ਕੀਤਾ ਤੇ ਤਾਂ ਮੇਰੇ ਦੁੱਖ ਕਲੇਸ਼ ਆਇਆ, ਤਾਂ ਮੈਂ ਦੁਖੀ ਹੋਇਆ। ਤੇ ਇਹ ਦੋਸ਼ ਸਾਡੇ ਆਪਣੇ ਕਰਮਾਂ ਦਾ ਹੀ ਆ, ਜਿਹੜੇ ਪਿਛਲੇ ਜਨਮਾਂ 'ਚ ਸਾਡੇ ਕਰਮ ਬੀਜੇ ਹੋਏ ਆ, ਤੇ ਉਹਨਾਂ ਕਰਮਾਂ ਦਾ ਫਲ ਅਸੀਂ ਇਸ ਜਨਮ 'ਚ ਜਿਹੜਾ ਖਾ ਰਹੇ ਆ, ਭੁਗਤ ਰਹੇ ਆ। ਤੇ ਜੇ ਅਸੀਂ ਜਿਹੜੇ ਹੁਣ ਕਰਮ ਬੀਜਣੇ ਆ ਅਸੀਂ ਜਾਂ ਬੀਜ ਰਹੇ ਆ, ਉਹ ਅਸੀਂ ਇਸ ਜਨਮ ਦੇ ਆਉਣ ਵਾਲੇ ਸਮੇਂ ਵਿੱਚ ਤੇ ਜਾਂ ਅਸੀਂ ਅਗਲੇ ਜਨਮ ਦੇ ਵਿੱਚ ਉਹਨਾਂ ਦਾ ਫਲ ਭੁਗਤਾਂਗੇ। ਇਹ ਸਾਡੇ ਆਪਣੇ ਕਰਮ ਹੀ ਆ, ਤੇ ਇਹ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਤੇ ਅਗਲਾ ਹੈ ਪੁਆਇੰਟ ਸਾਧ ਸੰਗਤ ਜੀ, ਸ਼ੁਕਰਾਨਾ ਕਰਨਾ। ਤੇ ਸਾਧ ਸੰਗਤ ਜੀ, ਇੱਕ ਆਪਣਾ ਸੁਖਮਨੀ ਸਾਹਿਬ ਦਾ ਪਾਠ ਆਪਾਂ ਹਰ ਰੋਜ਼ ਕਰਦੇ ਹਾਂ, ਤੇ ਉਹਦੇ ਵਿੱਚ ਇੱਕ ਆਂਦੀ ਆ ਫਰਮਾਨ ਹੈ, 10 ਵਸਤੂ ਲੈ ਪਾਛੇ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ, ਏਕ ਬਿਨਾ ਦੇ 10 ਵੀ ਹਿਰਲੇ, ਤੋ ਮੂੜਾ ਕੋ ਕਹਾਂ ਕਰੇ। ਹਨਾ। ਤੇ ਵੀ ਅਸੀਂ 10 ਚੀਜ਼ਾਂ, ਪਰਮਾਤਮਾ ਨੇ ਸਾਨੂੰ 10 ਦਾਤਾਂ ਦਿੱਤੀਆਂ, ਉਹਨਾਂ ਦਾ ਅਸੀਂ ਸ਼ੁਕਰਾਨਾ ਨਹੀਂ ਕਰਦੇ। ਤੇ ਸਾਨੂੰ ਇੱਕ ਚੀਜ਼ ਨਹੀਂ ਦਿੱਤੀ, ਕੋਈ ਇੱਕ ਸਾਡੀ ਘਾਟ ਆ ਜੀਵਨ ਦੇ ਵਿੱਚ ਕਿਸੇ ਇੱਕ ਚੀਜ਼ ਦੀ, ਅਸੀਂ ਉਹਦੇ ਲਈ ਪਰਮਾਤਮਾ ਨਾਲ ਗਿਲਾ ਕਰੀ ਜਾਂਦੇ ਹਾਂ, ਰੱਬਾ ਸਾਨੂੰ ਆਹ ਵੀ ਦੇ ਦਿੰਦਾ, ਸਾਨੂੰ ਆਹ ਨਹੀਂ ਦਿੱਤਾ। ਤੇ ਗੁਰੂ ਸਾਹਿਬ ਕਹਿ ਰਹੇ ਆ ਕਿ ਜੇ ਉਹ ਇੱਕ ਵੀ ਨਾ ਦੇਵੇ ਤੇ ਪਹਿਲੀਆਂ ਦਿੱਤੀਆਂ ਤੁਹਾਨੂੰ ਜਿਹੜੀਆਂ 10 ਆ ਉਹ ਵੀ ਖੋਹ ਲਵੇ, ਫਿਰ ਤੁਸੀਂ ਕੀ ਕਰ ਸਕਦੇ ਆ, ਹਨਾ। ਸਾਡਾ ਕੀ ਜ਼ੋਰ ਆ ਉਸ ਪਰਮਾਤਮਾ ਅੱਗੇ। ਸੋ ਆਪਾਂ ਜਿਹੜੀ ਚੀਜ਼ ਨਹੀਂ ਦਿੱਤੀ ਉਹਦਾ ਗਿਲਾ ਨਹੀਂ ਕਰਨਾ। ਜਿੰਨੀਆਂ ਦਾਤਾਂ ਸਾਨੂੰ ਦਿੱਤੀਆਂ ਹੋਈਆਂ ਉਹਨਾਂ ਦਾਤਾਂ ਦਾ ਸ਼ੁਕਰਾਨਾ ਕਰੋ। ਕੋਸ਼ਿਸ਼ ਕਰੀਏ ਕਿ ਰਾਤ ਨੂੰ ਆਪਾਂ ਇੱਕ ਲਿਸਟ ਬਣਾ ਲਈਏ ਕਿ ਹੁਣ ਤੱਕ ਸਾਨੂੰ ਕਿੰਨੀਆਂ ਦਾਤਾਂ ਦਿੱਤੀਆਂ। ਦੇਖੋ, ਆਪਾਂ ਨੂੰ ਜਿਹੜਾ ਮਨੁੱਖਾ ਜਨਮ ਮਿਲਿਆ ਪਹਿਲਾਂ ਤੇ ਇਹ ਬਹੁਤ ਵੱਡੀ ਦਾਤ ਆ। ਫਿਰ ਅਸੀਂ ਜਿਹੜੇ ਤੁਰੇ ਫਿਰਦੇ ਆ, ਸਾਨੂੰ ਸਰੀਰਕ ਤੰਦਰੁਸਤੀ ਆ, ਅਸੀਂ ਕਿਸੇ ਹਸਪਤਾਲ 'ਚ ਨਹੀਂ ਦਾਖਲ, ਅਸੀਂ ਅਪਾਹਜ ਨਹੀਂ, ਇਹ ਕਿੰਨੀ ਵੱਡੀ ਦਾਤ ਆ ਪਰਮਾਤਮਾ ਦੀ। ਸਾਡਾ ਸਰੀਰ ਠੀਕ ਠਾਕ ਆ, ਸਾਡੇ ਕੋਲ ਪਰਿਵਾਰ ਆ, ਘਰ-ਬਾਰ ਆ, ਤੇ ਅਸੀਂ ਸੋਹਣੀ ਰੋਜ਼ੀ ਰੋਟੀ ਸਾਡੇ ਕੋਲ ਹੈ, ਸਾਨੂੰ ਖਾਣ ਪੀਣ ਨੂੰ ਚੰਗਾ ਮਿਲਦਾ, ਪਹਿਨਣ ਨੂੰ ਮਿਲਦਾ। ਇਹ ਸਾਰੀਆਂ ਦਾਤਾਂ ਜੇ ਆਪਾਂ ਗਿਣ ਲੱਗੀਏ ਤਾਂ ਬਹੁਤ ਦਾਤਾਂ ਹੋ ਜਾਂਦੀਆਂ। ਕੁਦਰਤ ਨੇ ਸਾਨੂੰ ਹਵਾ ਪਾਣੀ ਦਿੱਤਾ, ਬਹੁਤ ਦਾਤਾਂ ਪਰਮਾਤਮਾ ਨੇ ਦਿੱਤੀਆਂ ਹੋਈਆਂ। ਉਹਨਾਂ ਦਾਤਾਂ ਲਈ ਸ਼ੁਕਰਾਨਾ ਕਰੀਏ, ਨਾ ਕਿ ਸਾਨੂੰ ਜੇ ਇੱਕ ਚੀਜ਼ ਨਹੀਂ ਦਿੱਤੀ ਤਾਂ ਉਹਦਾ ਗਿਲਾ ਕਰੀ ਜਾਈਏ, ਤੇ ਇਹ ਨਹੀਂ ਕਰਨਾ। ਤੇ ਇੱਕ ਹੋਰ ਫਰਮਾਨ ਜਪਜੀ ਸਾਹਿਬ ਦਾ, ਕੀਤਿਆ ਦੁੱਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾਰ। ਸੋ ਪਰਮਾਤਮਾ ਸਾਨੂੰ ਦੁੱਖ ਦਿੰਦਾ, ਸੁੱਖ ਦਿੰਦਾ, ਤੇ ਇਹ ਸਾਰੇ ਉਹਦੀਆਂ ਦਾਤਾਂ ਸਮਝ ਕੇ ਝੋਲੀ ਪਾਈਏ ਤੇ ਉਹਦੇ ਨਾਲ ਗਿਲਾ ਨਾ ਕਰੀਏ। ਤਾਂ ਅਸੀਂ ਜਿਹੜਾ ਉਹਦਾ ਹਰ ਵੇਲੇ ਸ਼ੁਕਰਾਨਾ ਹੀ ਕਰੀਏ, ਸ਼ੁਕਰਾਨੇ 'ਚ ਰਵਾਂਗੇ। ਤੇ ਸ਼ੁਕਰਾਨੇ ਦੇ ਭਾਵ ਦੇ ਨਾਲ ਸਾਡੇ ਮਨ ਦੇ ਵਿੱਚ ਸਹਿਜ ਸੰਤੋਖ ਸਬਰ ਜਿਹੜਾ ਆ ਜਾਊਗਾ, ਤੇ ਜਿਹਦੇ ਨਾਲ ਸਾਡੀ ਜ਼ਿੰਦਗੀ ਸੌਖੀ ਜਿਹੜੀ ਲੰਘੂਗੀ। ਅਸੀਂ ਹਰ ਵੇਲੇ ਜਿਹੜੀ ਸਾਡੀ ਭਟਕਣਾ ਰਹਿੰਦੀ ਮਨ ਦੀ ਕਲਪਨਾ, ਉਹ ਤੋਂ ਛੁਟਕਾਰਾ ਮਿਲ ਜਾਊਗਾ। ਤੇ ਇਹਦੇ ਵਿੱਚ ਖਾਸ ਤੌਰ ਤੇ ਗੁਰੂ ਸਾਹਿਬ ਨੇ ਖਾਣਾ ਖਾਣ ਵੇਲੇ ਇਹ ਸ਼ੁਕਰਾਨਾ ਕਰਨ ਨੂੰ ਵੀ ਕਿਹਾ ਕਿ ਜਦੋਂ ਸਾਡੇ ਅੱਗੇ ਭੋਜਨ ਪਰੋਸਿਆ ਜਾਂਦਾ ਉਦੋਂ ਵੀ ਅਸੀਂ ਸ਼ੁਕਰਾਨਾ ਕਰੀਏ। ਉਹਦੇ ਲਈ ਜਿਹੜੀਆਂ ਇੱਕ ਦੋ ਫਰਮਾਨ ਹੈਗੇ ਆ ਜਿਹੜੇ ਆਪਾਂ ਉਸ ਵੇਲੇ ਸ਼ਾਰਟ ਦੇ ਵਿੱਚ ਆਪਾਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ, ਅੱਖਾਂ ਬੰਦ ਕਰਕੇ ਅਰਦਾਸ ਕਰ ਸਕਦੇ, ਸ਼ੁਕਰਾਨਾ ਕਰ ਸਕਦੇ ਉਹਨਾਂ ਫਰਮਾਨ ਨਾਲ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵੇ, ਗੰਤ ਭਰੇ ਭੰਡਾਰ। ਤੇ ਇਹ ਆਪਾਂ ਸ਼ੁਕਰਾਨੇ ਵੇਲੇ ਜਿਹੜੇ ਅਰਦਾਸ ਕਰ ਸਕਦੇ ਗੁਰੂ ਸਾਹਿਬ ਅੱਗੇ ਕਿ ਉਹ ਪਰਮਾਤਮਾ ਨੇ ਦਿੱਤਾ। ਮਨ ਦੇ ਵਿੱਚ ਇਹ ਲਿਆਈਏ ਕਿ ਜੋ ਸਾਡੇ ਅੱਗੇ ਖਾਣਾ ਪਰੋਸਿਆ ਗਿਆ, ਇਹ ਸਾਡੀ ਕਿਰਤ ਨਾਲ ਜਾਂ ਸਾਡੀ ਮਿਹਨਤ ਨਾਲ ਜਾਂ ਸਾਡੇ ਬੱਚਿਆਂ ਦੀ ਮਿਹਨਤ ਨਾਲ ਇਹ ਨਹੀਂ ਆਇਆ ਸਾਡੇ ਅੱਗੇ। ਉਸ ਪਰਮਾਤਮਾ ਦਾ ਸ਼ੁਕਰਾਨਾ ਕਰੋ ਕਿ ਉਹਦੀ ਮਿਹਰ ਨਾਲ ਸਾਡੇ ਅੱਗੇ ਆਇਆ। ਜਿਸ ਤਰ੍ਹਾਂ ਦਵਿੰਦਰ ਭੈਣ ਜੀ ਗੱਲ ਕਰਦੇ ਹੁੰਦੇ, ਉਹਨਾਂ ਦੇ ਰਘਬੀਰ ਸਿੰਘ ਵੀਰ ਜੀ ਦੀ, ਉਹਨਾਂ ਦੀ ਇੱਕ ਮੈਂ ਵੀ ਵੀਡੀਓ ਸੁਣ ਰਹੀ ਸੀ, ਤੇ ਉਹਨਾਂ ਦੇ ਜਿਹੜੇ ਪਿਤਾ ਜੀ ਸੀ ਉਹਦੇ ਬਾਰੇ ਵਿੱਚ ਉਹ ਕਹਿੰਦੇ ਆ ਕਿ ਮੇਰੇ ਪਿਤਾ ਜੀ ਜੋ ਵੀ ਉਹਨਾਂ ਨੂੰ ਭੋਜਨ ਉਹਨਾਂ ਦੇ ਅੱਗੇ ਕੋਈ ਪਰੋਸਦਾ ਸੀ, ਉਹ ਕਿਤੇ ਵੀ ਜਾਂਦੇ ਸੀ ਤਾਂ ਕਦੇ ਨਹੀਂ ਸੀ ਉਹਨਾਂ ਨੇ ਕਿਹਾ ਕਿ ਮੈਂ ਆਹ ਖਾਣਾ ਤੇ ਮੈਂ ਆਹ ਨਹੀਂ ਖਾਣਾ, ਜਾਂ ਮੇਰੇ ਲਈ ਆਹ ਸਪੈਸ਼ਲ ਬਣਾ ਲਓ।
ਤੇ ਕਹਿੰਦੇ ਉਹ ਜਦੋਂ ਵੀ ਉਹਨਾਂ ਦੇ ਅੱਗੇ ਭੋਜਨ ਪਰੋਸਿਆ ਜਾਂਦਾ ਸੀ ਤੇ ਉਹ ਉਹਨੂੰ ਪਰਮਾਤਮਾ ਦਾ ਪ੍ਰਸਾਦ ਸਮਝ ਕੇ ਖਾਂਦੇ ਸੀ ਕਿ ਇਹ ਮੈਨੂੰ ਪ੍ਰਸਾਦ ਪਰਮਾਤਮਾ ਵੱਲੋਂ ਆਇਆ, ਤੇ ਉਹਨੂੰ ਕਦੇ ਵੀ ਉਹਨਾਂ ਨੂੰ ਕੋਈ ਖਾਣਾ ਖਰਾਬ ਨਹੀਂ ਸੀ ਕਰਦਾ, ਹਨਾ। ਤੇ ਜਿਵੇਂ ਆਪਾਂ ਕਈ ਵਾਰੀ ਕਹਿ ਦਿੰਦੇ ਆ ਵੀ ਮਾਂ ਨਹੀਂ ਪਚਦੇ, ਰਾਜਮਾਂਹ ਨਹੀਂ ਪਚਦੇ, ਆ ਨਹੀਂ, ਤੇ ਜੇ ਅਸੀਂ ਉਹਨੂੰ ਪਰਮਾਤਮਾ ਦਾ ਪ੍ਰਸਾਦ ਸਮਝ ਕੇ ਖਾਵਾਂਗੇ ਤੇ ਸ਼ਾਇਦ ਸਾਨੂੰ ਵੀ ਉਹ ਕੋਈ ਜਿਹੜਾ ਸਰੀਰ ਨੂੰ ਤੰਗ ਨਹੀਂ ਕਰਨਗੇ। ਤੇ ਕਈ ਵਾਰੀ ਗੁਰਦੁਆਰਿਆਂ ਵਿੱਚ ਆਪਾਂ ਦੇਖਿਆ ਕਿ ਜਿਹੜੇ ਡਾਇਬਟੀਜ਼ ਦੇ ਮਰੀਜ਼ ਹੁੰਦੇ ਆ ਉਹ ਆਮ ਤੌਰ ਤੇ ਕਹਿ ਦਿੰਦੇ ਜੀ ਇੰਨਾ ਹਨਾ ਪ੍ਰਸ਼ਾਦ ਜਦੋਂ ਵਰਤਦਾ, ਦੇਗ ਵਰਤਦੀ ਆ। ਤੇ ਇੱਕ ਕਥਾਵਾਚਕ ਵੀ ਕਹਿ ਰਹੇ ਸੀ ਕਿ ਤੁਸੀਂ ਉਹਨੂੰ ਡਾਈਟ ਨਾ ਸਮਝੋ, ਜਿਹੜਾ ਪ੍ਰਸ਼ਾਦ ਉੱਥੇ ਮਿਲਦਾ ਸਾਨੂੰ ਦੇਗ ਵਰਤਦੀ ਆ, ਦੇਗ ਨੂੰ ਡਾਈਟ ਨਾ ਸਮਝੋ, ਉਹਨੂੰ ਗੁਰੂ ਦਾ ਪ੍ਰਸਾਦ ਸਮਝ ਕੇ ਖਾਓ, ਤੇ ਤੁਸੀਂ ਜਿੰਨਾ ਵੀ ਖਾ ਲਓਗੇ ਉਹ ਖਰਾਬ ਨਹੀਂ ਕਰੂਗਾ। ਤੁਸੀਂ ਮਨ 'ਚ ਲਿਆਓ ਨਾ ਵੀ ਇਹ ਡਾਈਟ ਆ, ਇਹ 'ਚ ਮਿੱਠਾ ਆ, ਇਹ 'ਚ ਘਿਓ ਆ, ਇਹ ਨਾ ਸੋਚੋ। ਉਹ ਸਾਨੂੰ ਪ੍ਰਸਾਦ ਆ ਗੁਰੂ ਦਾ, ਹਨਾ, ਗੁਰੂ ਦੀ ਕਿਰਪਾ ਨਾਲ ਉਹ ਪ੍ਰਾਪਤ ਹੋਇਆ, ਤੇ ਉਹ ਜਿੰਨਾ ਮਿਲੇ ਖਾ ਲੈਣਾ ਚਾਹੀਦਾ, ਉਹ ਕਦੇ ਵੀ ਤੁਹਾਨੂੰ ਖਰਾਬ ਨਹੀਂ ਕਰੂਗਾ। ਇੱਕ ਕਥਾਵਾਚਕ ਵੀ ਇਹ ਵਿਚਾਰ ਦੇ ਰਹੇ ਸੀ। ਤੇ ਸੋ ਮੈਨੂੰ ਵੀ ਲੱਗਦਾ ਕਿ ਜਦੋਂ ਅਸੀਂ ਪਰਮਾਤਮਾ ਦਾ ਪ੍ਰਸਾਦ ਸਮਝ ਕੇ ਖਾਣਾ ਖਾਂਦੇ ਆ ਤਾਂ ਉਹ ਸਾਨੂੰ ਜ਼ਰੂਰ ਕੋਈ ਵੀ ਮਤਲਬ ਸਰੀਰ ਨੂੰ ਤੰਗ ਨਹੀਂ ਕਰੂ, ਖਰਾਬ ਨਹੀਂ ਕਰੂਗਾ, ਜਾਂ ਉਹਦੇ ਨਾਲ ਕੋਈ ਵੀ ਰੋਗ ਉਤਪੰਨ ਨਹੀਂ ਹੋ ਸਕਦਾ, ਕਿਉਂਕਿ ਗੁਰੂ ਦਾ ਪ੍ਰਸਾਦ ਆ। ਤੇ ਇੱਕ ਹੋਰ ਫਰਮਾਨ ਹੈ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਸੋ ਆਪਾਂ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਕਿ ਅਸੀਂ ਤੇਰਾ ਹੀ ਦਿੱਤਾ ਹੋਇਆ ਖਾ ਰਹੇ ਹਾਂ, ਤੇ ਤੇਰੇ ਵੱਲੋਂ ਹੀ ਸਾਨੂੰ ਇਹ ਖਾਣਾ ਆਇਆ, ਇਹ ਉਹਦਾ ਸੀਤਲ ਪ੍ਰਸਾਦ ਸਮਝ ਕੇ ਉਹਨੂੰ ਆਪਾਂ ਜਿਹੜਾ ਖਾਣਾ। ਤੇ ਅਗਲਾ ਪੁਆਇੰਟ ਹੈ ਸਾਧ ਸੰਗਤ ਜੀ ਕਿ ਚੜ੍ਹਦੀ ਕਲਾ 'ਚ ਰਹਿਣਾ, ਹਨਾ। ਤੇ ਹੁਣ ਸਾਨੂੰ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਇਹ ਪੁਆਇੰਟ ਵੀ ਜ਼ਰੂਰੀ ਆ ਕਿ ਚੜ੍ਹਦੀ ਕਲਾ ਦੇ ਵਿੱਚ ਅਸੀਂ ਰਹਿਣਾ। ਜਿਵੇਂ ਆਉਂਦਾ ਜਪਜੀ ਸਾਹਿਬ ਦੇ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸੋ ਜਿਹੜੇ ਗੁਰੂ ਦੇ ਭਗਤਾ, ਪਰਮਾਤਮਾ ਦੇ ਭਗਤਾ, ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ, ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਖਿੜਾਓ ਤੇ ਖੇੜਾ ਬਣਿਆ ਰਹਿੰਦਾ। ਸੋ ਗੁਰਬਾਣੀ ਦੇ ਨਾਲ ਅਸੀਂ ਜੁੜਾਂਗੇ ਤਾਂ ਜ਼ਰੂਰ ਹੀ ਸਾਡੇ ਮਨ 'ਚ ਵੀ ਖੇੜਾ ਬਣਿਆ ਰਹੂਗਾ। ਸਾਡੀ ਤਾਂ ਅਰਦਾਸ 'ਚ ਹੀ ਆਉਂਦਾ ਸਾਧ ਸੰਗਤ ਜੀ ਵੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਤਾਂ ਹਰ ਵੇਲੇ ਸਰਬੱਤ ਦਾ ਭਲਾ ਮੰਗਣਾ, ਤੇ ਨਾਲ ਹੀ ਅਸੀਂ ਮਨ ਨੂੰ ਚੜ੍ਹਦੀ ਕਲਾ 'ਚ ਰਹਿਣਾ। ਸਾਨੂੰ ਤਾਂ ਗੁਰੂ ਸਾਹਿਬ ਨੇ ਦੁੱਖ 'ਚ ਵੀ ਆਨੰਦ ਸਾਹਿਬ ਪੜ੍ਹਨ ਨੂੰ ਕਿਹਾ, ਸੁੱਖ 'ਚ ਵੀ ਆਨੰਦ ਸਾਹਿਬ ਪੜ੍ਹਨ ਨੂੰ ਕਿਹਾ। ਸੋ ਇਹ ਵੀ ਚੜ੍ਹਦੀ ਕਲਾ ਦੇ ਲਈ ਗੁਰੂ ਸਾਹਿਬ ਨੇ ਸਾਨੂੰ ਕਿਹਾ ਵੀ ਚੜ੍ਹਦੀ ਕਲਾ 'ਚ ਰਹਿਣ ਮੇਰੇ ਜਿੰਨੇ ਵੀ ਸਿੱਖ ਆ। ਤੇ ਉਸ ਤੋਂ ਬਾਅਦ ਹੈ ਅਗਲਾ ਪੁਆਇੰਟ ਕਿ ਇਹ ਤਾਂ ਸੀ ਕਿ ਸਰੀਰਕ ਤੇ ਮਾਨਸਿਕ ਅਰੋਗਤਾ ਦੇ ਲਈ ਗੁਰੂ ਸਾਹਿਬ ਨੇ ਸਾਨੂੰ ਕਿੱਥੇ ਕਿੱਥੇ ਸੇਧ ਦਿੱਤੀ ਹੈ। ਤੇ ਹੁਣ ਸਾਧ ਸੰਗਤ ਜੀ ਸਾਨੂੰ ਬੁਰੀਆਂ ਆਦਤਾਂ ਤੇ ਵਿਸ਼ੇ ਵਿਕਾਰਾਂ ਨੂੰ ਛੱਡਣ ਦੇ ਲਈ ਵੀ ਗੁਰੂ ਸਾਹਿਬ ਨੇ ਬਹੁਤ ਥਾਵਾਂ ਤੇ ਅਗਵਾਈ ਕੀਤੀ ਆ, ਸਾਡੀ ਬਹੁਤ ਸੇਧ ਦਿੱਤੀ ਹੈ ਗੁਰਬਾਣੀ ਰਾਹੀਂ ਕਿ ਅਸੀਂ ਬੁਰੀਆਂ ਆਦਤਾਂ ਨੂੰ ਕਿਵੇਂ ਤਿਆਗਣਾ। ਜਿਉਂ-ਜਿਉਂ ਅਸੀਂ ਜੇ ਸਾਡੇ ਅੰਦਰ ਸਾਧ ਸੰਗਤ ਜੀ ਵਿਕਾਰਾਂ ਨਾਲ ਸਾਡਾ ਅੰਦਰ ਭਰਿਆ ਰਿਹਾ, ਬੁਰੀਆਂ ਆਦਤਾਂ ਦੇ ਨਾਲ, ਵਿਸ਼ੇ ਵਿਕਾਰਾਂ ਦੇ ਨਾਲ ਜਿਹੜਾ ਸਾਡਾ ਮਨ ਦਾ ਭਾਂਡਾ ਭਰਿਆ ਰਿਹਾ, ਤਾਂ ਸਾਡੇ ਅੰਦਰ ਗੁਰਬਾਣੀ ਵੀ ਨਹੀਂ ਜਾਣੀ, ਸਾਡੇ ਹਿਰਦੇ 'ਚ ਨਹੀਂ ਵਸਣੀ, ਤੇ ਸਾਡਾ ਉਹ ਵੀ ਜਿਹੜਾ ਭਗਤੀ ਕੀਤੀ ਜਾਂ ਸਾਡਾ ਸਿਮਰਨ ਕੀਤਾ ਵੀ ਨਿਫਲ ਚਲਾ ਜਾਣਾ। ਸੋ ਪਹਿਲਾਂ ਲੋੜ ਆ ਸਾਨੂੰ ਅੰਦਰ ਦੇ ਭਾਂਡੇ ਨੂੰ ਸ਼ੁੱਧ ਕਰਨ ਦੀ, ਤੇ ਉਹਦੇ ਲਈ ਅਸੀਂ ਵਿਸ਼ੇ ਵਿਕਾਰਾਂ ਤੋਂ, ਬੁਰੀਆਂ ਆਦਤਾਂ ਤੋਂ ਮੁਕਤੀ ਕਿਵੇਂ ਪਾਣੀ ਆ, ਤੇ ਉਹਦੇ ਲਈ ਗੁਰੂ ਸਾਹਿਬ ਸਾਨੂੰ ਸੇਧ ਦਿੰਦੇ ਆ। ਤੇ ਸਭ ਤੋਂ ਵੱਡੀ ਪਹਿਲਾ ਵਿਕਾਰ ਹੈ ਕਾਮ, ਕਾਮ ਵਾਸ਼ਨਾ ਤੇ ਕਾਬੂ। ਕਾਮ ਵਾਸ਼ਨਾ ਤੇ ਕਾਬੂ ਪਾਉਣ ਦੇ ਲਈ ਤੇ ਇਹ ਨਹੀਂ ਕਿ ਅਸੀਂ ਗ੍ਰਸਥ ਆਸ਼ਰਮ ਛੱਡ ਕੇ ਭੱਜ ਜਾਣਾ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਸਾਨੂੰ ਕਿਤੇ ਵੀ ਗ੍ਰਸਥ ਆਸ਼ਰਮ ਜਿਹੜਾ ਉਹ ਛੱਡਣ ਦੀ ਪ੍ਰੇਰਨਾ ਨਹੀਂ ਦਿੱਤੀ ਵੀ ਕਾਮ ਤੇ ਕਾਬੂ ਪਾਉਣ ਲਈ ਤੁਸੀਂ ਗ੍ਰਸਥ ਆਸ਼ਰਮ ਤਿਆਗ ਦਿਓ, ਇਹ ਨਹੀਂ ਕਿਤੇ ਗੁਰੂ ਸਾਹਿਬ ਨੇ ਕਿਹਾ। ਗੁਰੂ ਸਾਹਿਬ ਨੇ ਕਿਹਾ ਕਿ ਗ੍ਰਸਥ ਆਸ਼ਰਮ 'ਚ ਰਹਿੰਦੇ ਹੋਏ ਜਿਹੜਾ ਕਾਮ ਨੂੰ ਸੰਜਮ ਦੇ ਨਾਲ ਵਰਤਣਾ ਤੁਸੀਂ, ਤੇ ਕਿਉਂਕਿ ਸ੍ਰਿਸ਼ਟੀ ਦੀ ਉਤਪਤੀ ਲਈ ਇਹ ਵੀ ਜ਼ਰੂਰੀ ਹੈ, ਤੇ ਅਕਾਲ ਪੁਰਖ ਨੇ ਸਾਡੇ ਅੰਦਰ ਇਹ ਪਾਇਆ ਹੋਇਆ। ਸੋ ਪਰ ਨਾਲ ਹੀ ਗੁਰੂ ਸਾਹਿਬ ਨੇ ਇਹ ਕਿਹਾ ਕਿ ਜਿਹੜਾ ਹਸਬੈਂਡ ਆ ਉਹ ਆਪਣੀ ਵਾਈਫ ਲਈ ਸਿੰਸੀਅਰ ਹੋਵੇ, ਤੇ ਵਾਈਫ ਆਪਣੇ ਹਸਬੈਂਡ ਲਈ ਸਿੰਸੀਅਰ ਹੋਵੇ, ਇੱਧਰ ਉੱਧਰ ਦੀ ਝਾਕ ਨਹੀਂ ਰੱਖਣੀ। ਤੇ ਇਹ ਸਾਨੂੰ ਹਦਾਇਤ ਕੀਤੀ ਗਈ ਆ। ਤੇ ਇਹਦੇ ਲਈ ਫਰਮਾਨ ਗੁਰੂ ਸਾਹਿਬ ਦੇ ਗੁਰਬਾਣੀ ਚੋਂ ਆਪਾਂ ਲੈ ਲੈਂਦੇ ਆ, ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੈ। ਬੇ ਪਲ ਭਰ ਦੇ ਸਵਾਦ ਦੇ ਕਾਰਨ ਗੁਰੂ ਸਾਹਿਬ ਨੇ ਕਿਹਾ ਕਿ ਫਿਰ ਤੁਸੀਂ ਸਾਰੀ ਜ਼ਿੰਦਗੀ ਦੁੱਖ ਪਾਉਨੇ ਆ ਤੇ ਪਛਤਾਉਨੇ ਆ। ਤੇ ਇੱਕ ਹੋਰ ਫਰਮਾਨ ਹੈ, ਕਾਮ ਕ੍ਰੋਧ ਪਸਰਿਆ ਸੰਸਾਰੇ ਆਏ ਜਾਏ ਦੁੱਖ ਪਾਵਣਿਆ। ਕਿ ਜਿਹੜਾ ਗੁਰਬਾਣੀ ਦੇ ਵਿੱਚ ਕਾਮ ਤੇ ਕ੍ਰੋਧ ਦੋ ਜਿਹੜੀਆਂ ਮੇਨ ਵਿਕਾਰ ਜਿਹੜੇ ਬਹੁਤ ਵੱਡੇ ਗਿਣੇ ਗਏ ਆ ਵੀ ਜਿਨ੍ਹਾਂ ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਆ, ਇਹ ਸਾਨੂੰ ਬਹੁਤ ਖੁਆਰ ਕਰਦੇ ਆ। ਗੁਰੂ ਸਾਹਿਬ ਕਹਿ ਰਹੇ ਕਿ ਸੰਸਾਰ ਦੇ ਵਿੱਚ ਜਿਹੜਾ ਕਾਮ ਤੇ ਕ੍ਰੋਧ
ਦੋਨੋਂ ਬਹੁਤ ਪਸਰੇ ਹੋਏ ਆ ਤੇ ਜਿਨ੍ਹਾਂ ਕਰਕੇ ਅਸੀਂ ਜਨਮ ਮਰਨ ਦੇ ਗੇੜ 'ਚ ਪੈ ਕੇ ਬਾਰ-ਬਾਰ ਦੁਖੀ ਹੁੰਨੇ ਆ ਤੇ ਇਹਨਾਂ ਤੇ ਜਿਹੜਾ ਕਾਬੂ ਪਾਉਣਾ ਬਹੁਤ ਜ਼ਰੂਰੀ ਆ। ਤੇ ਇੱਕ ਹੋਰ ਫਰਮਾਨ ਹੈ ਸਾਧ ਸੰਗਤ ਜੀ, ਸੱਚੋ ਔਰੈ ਸਭ ਕੋ ਉੱਪਰ ਸੱਚ ਆਚਾਰ। ਗੁਰੂ ਸਾਹਿਬ ਨੇ ਕਿਹਾ ਕਿ ਸੱਚ ਬੋਲਣਾ ਬਹੁਤ ਚੰਗਾ ਤੇ ਸੱਚ ਬੋਲਣਾ ਚਾਹੀਦਾ, ਪਰ ਸੱਚ ਤੋਂ ਵੀ ਉੱਪਰ ਗੁਰੂ ਸਾਹਿਬ ਨੇ ਆਚਾਰ ਨੂੰ ਰੱਖਿਆ, ਕਰੈਕਟਰ ਨੂੰ ਰੱਖਿਆ ਨਾ। ਜਿਹੜਾ ਕਰੈਕਟਰ ਆ ਉਹ ਸਭ ਤੋਂ ਉੱਪਰ ਆ, ਸੱਚ ਤੋਂ ਵੀ ਉੱਪਰ ਆ। ਸੋ ਕਰੈਕਟਰ ਦੇ ਵਿੱਚ ਬਹੁਤ ਕੁਝ ਆ ਜਾਂਦਾ। ਤੇ ਜਦੋਂ ਅਸੀਂ ਸਕੂਲਾਂ 'ਚ ਜੌਬ ਕਰੀਦੀ ਸੀ ਤਾਂ ਆਮ ਤੌਰ ਤੇ ਜਿਹੜੇ ਨੋਟਿਸ ਬੋਰਡ ਤੇ ਰੋਜ਼ ਦਾ ਜਿਹੜਾ ਅੱਜ ਦਾ ਵਿਚਾਰ ਲਿਖਾਈਦਾ ਸੀ ਤੇ ਉਹਦੇ ਵਿੱਚ ਕਦੇ-ਕਦੇ ਲਿਖਾਈਦਾ ਸੀ ਜਿਹੜਾ ਇੰਗਲਿਸ਼ ਦਾ ਪ੍ਰੋਵਰਬ ਆ, if wealth is lost, nothing is lost. If health is lost, something is lost. If character is lost, everything is lost. ਨਾ ਤੇ ਸੋ ਜਿਹੜਾ ਕਰੈਕਟਰ ਆ ਉਹਨੂੰ ਆਪਾਂ ਆਚਰਣ ਨੂੰ, ਆਪਣੇ ਆਚਾਰਨ ਨੂੰ ਜਿਹੜਾ ਉਹ ਬਹੁਤ ਉੱਚਾ ਰੱਖਣਾ ਤੇ ਉਹ ਸਭ ਤੋਂ ਗੁਰੂ ਸਾਹਿਬ ਨੇ ਉਹਨੂੰ ਸੱਚ ਤੋਂ ਵੀ ਉੱਪਰ ਮੰਨਿਆ ਕਿ ਕਰੈਕਟਰ ਤੁਹਾਡਾ ਹਾਈ ਹੋਣਾ ਚਾਹੀਦਾ। ਹਾਈ ਕਰੈਕਟਰ 'ਚ ਬਹੁਤ ਸਾਰੀਆਂ ਆਪਣੀਆਂ ਮੋਰਲ ਵੈਲਿਊਜ਼ ਬਹੁਤ ਕੁਛ ਆ ਜਾਂਦਾ। ਸੋ ਆਪਾਂ ਜਿਹੜਾ ਉਹਨਾਂ ਸਾਰਿਆਂ ਤੇ ਧਿਆਨ ਦੇਣਾ। ਅਗਲਾ ਪੁਆਇੰਟ ਹੈ ਸਾਧ ਸੰਗਤ ਜੀ, ਕ੍ਰੋਧ ਤੋਂ ਪਰਹੇਜ਼। ਤੇ ਕ੍ਰੋਧ ਦੇ ਵਿੱਚ ਆ ਜਾਂਦਾ ਗੁੱਸਾ, ਹਨਾ। ਗੁੱਸਾ ਜਿਹੜਾ ਆ ਉਹ ਸਾਨੂੰ ਬਹੁਤ ਤੰਗ ਕਰਦਾ, ਨਿੱਕੀਆਂ ਨਿੱਕੀਆਂ ਗੱਲਾਂ ਤੇ ਗੁੱਸਾ ਆ ਜਾਂਦਾ, ਹਸਬੈਂਡ ਨੂੰ ਵਾਈਫ ਤੇ, ਵਾਈਫ ਨੂੰ ਹਸਬੈਂਡ ਤੇ, ਬੱਚਿਆਂ ਤੇ ਸਾਡੇ ਜਿਹੜੇ ਪਰਿਵਾਰਾਂ ਦੇ ਵਿੱਚ ਕਲਾ ਕਲੇਸ਼ ਆ, ਜਿਹੜੇ ਡੋਮੈਸਟਿਕ ਵਾਇਲੈਂਸ ਹੁੰਦੀ, ਇਹ ਸਾਰੇ ਜਿਹੜੇ ਗੁੱਸੇ ਦਾ ਨਤੀਜਾ ਆ। ਜੇ ਅਸੀਂ ਕ੍ਰੋਧ ਤੇ ਕਾਬੂ ਪਾ ਲਈਏ, ਜੇ ਅਸੀਂ ਗੁਰਬਾਣੀ ਅਨੁਸਾਰ ਕ੍ਰੋਧ ਨੂੰ ਕਾਬੂ ਕਰਨਾ ਸਿੱਖ ਜਾਈਏ ਤਾਂ ਅਸੀਂ ਜਿਹੜਾ ਹੈ ਆਪਣੇ ਘਰਾਂ ਨੂੰ ਸਵਰਗ ਬਣਾ ਸਕਦੇ ਹਾਂ, ਸਾਡੇ ਘਰਾਂ ਵਿੱਚ ਸੁੱਖ ਸ਼ਾਂਤੀ ਆ ਸਕਦੀ ਆ, ਸਾਡੀ ਜੀਵਨ ਜਾਂਚ ਸਫਲ ਹੋ ਸਕਦੀ ਆ। ਸੋ ਉਹਦੇ ਲਈ ਆਪਾਂ ਬਾਬਾ ਫਰੀਦ ਜੀ ਦਾ ਪਹਿਲਾਂ ਫਰਮਾਨ ਲਵਾਂਗੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਫਰੀਦ ਜੀ ਕਹਿੰਦੇ ਆ ਕਿ ਬੁਰਾਈ ਕਰਨ ਵਾਲੇ ਦਾ ਵੀ ਤੁਸੀਂ ਭਲਾ ਹੀ ਕਰੋ ਤੇ ਆਪਣੇ ਮਨ 'ਚ ਗੁੱਸਾ ਨਾ ਲਿਆਓ। ਤੁਹਾਨੂੰ ਇਹਦੇ ਨਾਲ ਨਾ ਤਾਂ ਆਪਣੀ ਸਰੀਰ ਨੂੰ ਕੋਈ ਰੋਗ ਲੱਗਣਾ ਤੇ ਤੁਹਾਡੇ ਜਿਹੜਾ ਜੀਵਨ ਜਿਹੜਾ ਸੁਖੀ ਹੋ ਜਾਣਾ, ਸਭ ਕੁਝ ਪੱਲੇ ਪੈ ਜਾਣਾ। ਤੇ ਸੋ ਆਪਾਂ ਕ੍ਰੋਧ ਤੋਂ ਪਰਹੇਜ਼ ਕਰਨਾ, ਗੁੱਸੇ ਤੇ ਕਾਬੂ ਕਰਨ ਦੀ ਕੋਸ਼ਿਸ਼ ਕਰਨੀ ਆ ਸਾਧ ਸੰਗਤ ਜੀ। ਅਗਲਾ ਫਰਮਾਨ ਹੈ, ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉ ਕੰਚਨ ਸੁਹਾਗਾ ਢਾਲੇ। ਤੇ ਇਹਦਾ ਮਤਲਬ ਆ ਕਿ ਗੁਰੂ ਸਾਹਿਬ ਕਹਿੰਦੇ ਕਿ ਕਾਮ ਤੇ ਕ੍ਰੋਧ ਜਿਹੜੇ ਆ ਦੋਨੋਂ ਸਰੀਰ ਨੂੰ ਅੰਦਰੋਂ ਗਾਲ ਦਿੰਦੇ ਆ। ਗੁਰੂ ਸਾਹਿਬ ਨੇ ਅੱਗੋਂ ਸਾਨੂੰ ਉਦਾਹਰਣ ਦਿੱਤੀ ਆ, ਜਿਉਂ ਕੰਚਨ ਸੁਹਾਗਾ ਢਾਲੇ। ਕੰਚਨ ਹੁੰਦਾ ਸੋਨਾ, ਤੇ ਜਿਸ ਤਰ੍ਹਾਂ ਸੋਨੇ ਵਰਗੀ ਜਿਹੜੀ ਹੁੰਦੀ ਆ ਧਾਤ, ਉਹਨੂੰ ਜਿਹੜੀ ਹਾਰਡ ਹੁੰਦੀ ਆ ਧਾਤ, ਉਹਨੂੰ ਸੁਹਾਗਾ ਪਾ ਕੇ ਜਿਹੜੇ ਸੁਨਿਆਰੇ ਆ ਉਹਨੂੰ ਸੌਫਟ ਕਰਦੇ ਆ, ਫਿਰ ਉਹ ਤੋਂ ਗਹਿਣੇ ਬਣਾਉਂਦੇ ਆ। ਜਿਸ ਤਰ੍ਹਾਂ ਸੁਹਾਗਾ ਸੋਨੇ ਵਰਗੀ ਧਾਤ ਨੂੰ ਢਾਲ ਦਿੰਦਾ, ਇਸੇ ਤਰ੍ਹਾਂ ਹੀ ਜਿਹੜਾ ਕ੍ਰੋਧ ਆ ਉਹ ਸਾਡੇ ਅੰਦਰ ਨੂੰ ਕਮਜ਼ੋਰ ਕਰਦਾ, ਸਾਨੂੰ ਅੰਦਰੋਂ ਗਾਲ ਦਿੰਦਾ। ਸੋ ਸਾਨੂੰ ਜਿਹੜਾ ਕ੍ਰੋਧ ਤੋਂ ਬਚਣਾ ਚਾਹੀਦਾ। ਤੇ ਇੱਕ ਹੋਰ ਫਰਮਾਨ ਹੈ ਸਾਧ ਸੰਗਤ ਜੀ, ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਗੁਰੂ ਸਾਹਿਬ ਨੇ ਇਹਦੇ ਵਿੱਚ ਸਾਰੇ ਜਿਹੜੇ ਪੰਜ ਵਿਕਾਰ ਆ ਤੇ ਉਹਨਾਂ ਦਾ ਵਰਣਨ ਕਰ ਦਿੱਤਾ ਕਿ ਇਹ ਪੰਜ ਚੋਰ ਸਾਡੇ ਅੰਦਰ ਵਸਦੇ ਆ, ਜਿਹੜੇ ਸਾਡੇ ਜਿਹੜਾ ਜੀਵਨ ਦਾ ਧਨ ਆ ਉਹਨੂੰ ਲੁੱਟੀ ਜਾ ਰਹੇ ਆ, ਆਤਮਕ ਧਨ ਨੂੰ। ਤੋ ਅਸੀਂ ਜਿਹੜਾ ਮਨ ਦੇ ਪਿੱਛੇ ਤੁਰਨ ਵਾਲੇ ਜਿਹੜੇ ਲੋਕ ਆ, ਇਹਨਾਂ ਪੰਜਾਂ ਵਿਕਾਰਾਂ ਦੇ ਵਿੱਚ ਫਸੇ ਹੋਏ ਆ। ਇਹਨਾਂ ਪੰਜਾਂ ਵਿਕਾਰਾਂ ਨੂੰ ਤੇ ਕਾਬੂ ਪਾਉਣ ਦੀ ਕੋਸ਼ਿਸ਼ ਹਰ ਵੇਲੇ ਕਰਨੀ ਆ। ਅਸੀਂ ਆਪ ਸਾਰਿਆਂ ਨੇ ਆਪੋ ਆਪਣੇ ਅੰਦਰ ਝਾਤੀ ਮਾਰਨੀ ਕਿ ਸਾਨੂੰ ਜਿਹੜਾ ਕਿਤੇ ਗੁੱਸਾ ਤਾਂ ਨਹੀਂ ਜ਼ਿਆਦਾ ਆਉਂਦਾ, ਅਸੀਂ ਜਿਹੜਾ ਕਿਸੇ ਵਿਕਾਰ 'ਚ ਤਾਂ ਨਹੀਂ ਫਸੇ ਹੋਏ, ਤੇ ਬੁਰੀ ਕਿਹੜੀ ਆਦਤ ਆ ਤੇ ਗੁਰੂ ਸਾਹਿਬ ਨੇ ਸਾਨੂੰ ਇਹ ਛੱਡਣ ਲਈ ਕਿਹਾ ਤੇ ਆਪਾਂ ਕਿਸ ਤਰ੍ਹਾਂ ਛੱਡ ਸਕਦੇ ਹਾਂ। ਤੇ ਅਗਲਾ ਪੁਆਇੰਟ ਹੈ ਸਾਧ ਸੰਗਤ ਜੀ, ਝੂਠ ਤੇ ਈਰਖਾ ਦਾ ਤਿਆਗ। ਤੇ ਹੁਣ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਉਹ ਸੱਚ ਦੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਕੀਤੀ ਆ ਤੇ ਉਹਦੇ ਲਈ ਝੂਠ ਛੱਡਣ ਲਈ ਕਿਹਾ। ਕਿ ਸਾਡੇ ਸਾਧ ਸੰਗਤ ਜੀ ਆਪਾਂ ਨੂੰ ਆਦਤ ਪੈ ਗਈ ਆ ਪੈਰ ਪੈਰ ਤੇ ਝੂਠ ਬੋਲਣ ਦੀ, ਛੋਟੇ ਛੋਟੇ ਝੂਠ ਬੋਲਣ ਦੀ। ਤੇ ਕਈ ਲੋਕ ਕਹਿ ਦਿੰਦੇ ਜੀ ਝੂਠ ਬਿਨਾਂ ਤਾਂ ਦੁਨੀਆ 'ਚ ਗੁਜ਼ਾਰਾ ਹੀ ਨਹੀਂ ਹੁੰਦਾ। ਇੱਕ ਵਾਰੀ ਸਰਦਾਰ ਹਰਦਿਆਲ ਸਿੰਘ ਕਹਿੰਦੇ ਸੀ ਕਿ ਮੈਂ ਸਾਰੀ ਜ਼ਿੰਦਗੀ ਝੂਠ ਤੋਂ ਪਰਹੇਜ਼ ਕੀਤਾ, ਝੂਠ ਨਹੀਂ ਬੋਲਿਆ, ਸੱਚ ਦੇ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕੀਤੀ, ਮੈਨੂੰ ਤਾਂ ਕੋਈ ਨੁਕਸਾਨ ਨਹੀਂ ਹੋਇਆ। ਸੋ ਜਿਹੜਾ ਝੂਠ ਨੂੰ ਛੱਡ ਕੇ ਗੁਜ਼ਾਰਾ ਹੋ ਸਕਦਾ, ਜ਼ਰੂਰ ਹੋ ਸਕਦਾ। ਆਪਾਂ ਵੀ ਕੋਸ਼ਿਸ਼ ਕਰੀਏ ਕਿ ਜਿਹੜੇ ਆ ਇੱਕ ਝੂਠ ਨੂੰ ਆਪਾਂ ਇੱਕ ਝੂਠ ਬੋਲਦੇ ਆ ਨਾ, ਤੇ ਸਾਨੂੰ ਕਈ ਝੂਠ ਹੋਰ ਬੋਲਣੇ ਪੈਂਦੇ ਉਸ ਝੂਠ ਨੂੰ ਲੁਕਾਉਣ ਦੇ ਲਈ ਜਾਂ ਉਹਨੂੰ ਜਸਟੀਫਾਈ ਕਰਨ ਦੇ ਲਈ। ਸੋ ਕੋਸ਼ਿਸ਼ ਕਰੀਏ ਕਿ ਝੂਠ ਜਿਹੜਾ ਉਹ ਤੋਂ ਬਚਿਆ ਜਾਵੇ। ਗੁਰਬਾਣੀ ਦੀ ਤੁਕ ਹੈ ਕਿ ਝੂਠ ਵਿਕਾਰ ਮਹਾ ਦੁੱਖ ਦੇ, ਕਿ ਝੂਠ ਦਾ ਵਿਕਾਰ ਸਾਨੂੰ ਸਰੀਰ ਨੂੰ ਬਹੁਤ ਦੁੱਖ ਦਿੰਦਾ। ਤੇ ਫਿਰ
ਅੱਗੋਂ ਹੈ ਈਰਖਾ ਦਾ ਤਿਆਗ। ਈਰਖਾ ਦੇ ਲਈ ਵੀ ਇੱਕ ਗੁਰਬਾਣੀ ਦਾ ਫਰਮਾਨ ਹੈ, ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਤੇ ਸਾਧ ਸੰਗਤ ਜੀ, ਅਸੀਂ ਲੋਕ ਜਿਹੜੇ ਅਸੀਂ ਆਪਣੇ ਦੁੱਖਾਂ ਨਾਲ ਬਹੁਤੇ ਦੁਖੀ ਨਹੀਂ ਹੈਗੇ, ਜਿੰਨਾ ਅਸੀਂ ਦੂਜਿਆਂ ਦਾ ਸੁੱਖ ਦੇਖ ਦੇਖ ਕੇ ਦੁਖੀ ਹੁੰਨੇ ਆ ਨਾ, ਵੀ ਫਲਾਣੇ ਬੰਦੇ ਕੋਲ ਆ ਚੀਜ਼ ਆ, ਉਹਦੇ ਕੋਲ ਵੱਡਾ ਘਰ ਆ, ਮੇਰੇ ਕੋਲ ਛੋਟਾ, ਹਲੇ ਮੈਂ ਅਜ ਕਿਰਾਇਆਂ ਤੇ ਰਹਿਣਾ, ਉਹ ਹੁਣੇ ਆਇਆ, ਉਹ ਇੰਨਾ ਵਧੀਆ ਸੈਟਲ ਹੋ ਗਿਆ, ਉਹਦੀ ਔਲਾਦ ਇੰਨੀ ਚੰਗੀ ਆ। ਅਸੀਂ ਦੂਜਿਆਂ ਦੇ ਨਾਲ ਹੀ ਈਰਖਾ ਕਰੀ ਜਾਂਦੇ ਆ, ਸਾਨੂੰ ਆਪਣਾ ਇੰਨਾ ਕੋਈ ਵੱਡਾ ਦੁੱਖ ਨਹੀਂ ਹੁੰਦਾ, ਦੂਜਿਆਂ ਨੇ ਈਰਖਾ ਕਰ ਕਰਕੇ ਆਪਣਾ ਅੰਦਰ ਸਾੜੀ ਜਾਂਦੇ ਆ। ਤੇ ਈਰਖਾ ਦੇ ਨਾਲ ਪਹਿਲਾਂ ਸਾਡਾ ਅੰਦਰ ਉੱਬਲਦਾ, ਆਪਣੇ ਸਰੀਰ ਨੂੰ ਜਿਹੜਾ ਉਹ ਕਸ਼ਟ ਹੁੰਦਾ ਪਹਿਲਾਂ, ਤੇ ਦੂਜੇ ਨੂੰ ਤਾਂ ਅਸਰ ਪਤਾ ਨਹੀਂ ਕਦੋਂ ਹੋਣਾ ਜਾਂ ਉਹਦੇ ਤੱਕ ਗੱਲ ਕਦੋਂ ਪਹੁੰਚਣੀ ਆ ਵੀ ਅਸੀਂ ਉਹਨਾਂ ਈਰਖਾ ਕਰਦੇ ਆ। ਉਹ ਸਾਨੂੰ ਪਹਿਲਾਂ ਆਪਣੇ ਆਪ ਨੂੰ, ਸਾਡੇ ਸਰੀਰ ਨੂੰ ਜਿਹੜਾ ਉਹ ਦੁਖੀ ਕਰਦੀ ਆ ਈਰਖਾ ਅੰਦਰੋਂ ਅੰਦਰ ਹੀ। ਸੋ ਗੁਰੂ ਸਾਹਿਬ ਸਾਨੂੰ ਕਹਿੰਦੇ ਵੀ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਵੀ ਜਿਹੜਾ ਦੂਜੇ ਦੇ ਨਾਲ ਈਰਖਾ ਕਰਦਾ ਉਹਦਾ ਆਪਣਾ ਕਦੇ ਭਲਾ ਨਹੀਂ ਹੋ ਸਕਦਾ। ਉਹ ਇਹ ਨਾ ਸੋਚੇ ਕਿ ਮੈਂ ਉਹਦੇ ਨਾਲ ਈਰਖਾ ਕਰ ਲਈ ਹੈ ਤੇ ਮੈਂ ਆਪਣਾ ਭਲਾ ਹੀ ਕਰੂੰਗਾ, ਉਹਦਾ ਭਲਾ ਵੀ ਕਦੇ ਨਹੀਂ ਹੋਣਾ। ਤੇ ਜਿਹੜਾ ਈਰਖਾ ਕਰਨ ਵਾਲੇ ਨੂੰ, ਸਾਨੂੰ ਜਿਹੜਾ ਈਰਖਾ ਤੋਂ ਪਰਹੇਜ਼ ਕਰਨਾ ਚਾਹੀਦਾ, ਈਰਖਾ ਕਰਨ ਵਾਲੇ ਦਾ ਕਦੇ ਭਲਾ ਨਹੀਂ ਹੁੰਦਾ, ਗੁਰੂ ਸਾਹਿਬ ਕਹਿੰਦੇ ਆ। ਅਗਲਾ ਪੁਆਇੰਟ ਹੈ ਸਾਧ ਸੰਗਤ ਜੀ, ਵੈਰ ਵਿਰੋਧ ਦਾ ਤਿਆਗ। ਸੋ ਗੁਰੂ ਸਾਹਿਬ ਨੇ ਸਾਨੂੰ ਕਿਸੇ ਨਾਲ ਵੀ ਵੈਰ ਕਰਨ ਦੀ ਆਗਿਆ ਨਹੀਂ ਦਿੱਤੀ ਗੁਰਬਾਣੀ ਦੇ ਵਿੱਚ। ਤਾਂ ਉਹਨਾਂ ਨੇ ਸਾਨੂੰ ਜਿਹੜਾ ਵੈਰ ਦੀ ਵੀ ਮਨਾਹੀ ਦਿੱਤੀ, ਕਿਸੇ ਦਾ ਵਿਰੋਧ ਵੀ ਨਹੀਂ ਕਰਨਾ, ਕਿਸੇ ਦਾ ਵੈਰ ਵੀ ਨਹੀਂ ਕਰਨਾ, ਚਾਹੇ ਤੁਹਾਡੇ ਵਿਚਾਰਾਂ ਦੀ ਉਹਦੇ ਨਾਲ ਸਮਾਨਤਾ ਹੈ ਜਾਂ ਤੁਹਾਡੇ ਵਿਚਾਰ ਮਿਲਦੇ ਜਾਂ ਨਹੀਂ, ਪਰ ਉਹਦੇ ਨਾਲ ਆਪਾਂ ਵੈਰ ਨਹੀਂ ਕਰਨਾ। ਤੇ ਗੁਰਬਾਣੀ ਦਾ ਫਰਮਾਨ ਹੈ ਸਾਧ ਸੰਗਤ ਜੀ, ਵੱਵਾ ਵੈਰ ਨਾ ਕਰੀਏ ਕਾਹੂ, ਘਟ ਘਟ ਅੰਦਰ ਬ੍ਰਹਮ ਸਮਾਹੂ। ਇਹ ਗੁਰੂ ਸਾਹਿਬ ਕਹਿੰਦੇ ਕਿ ਸਾਨੂੰ ਕਿਸੇ ਨਾਲ ਵੀ ਵੈਰ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਰੇ ਸਰੀਰਾਂ ਦੇ ਵਿੱਚ ਹੀ ਪਰਮਾਤਮਾ ਦਾ ਵਾਸ ਆਇਆ, ਪਰਮਾਤਮਾ ਹਰ ਇੱਕ ਦੇ ਅੰਦਰ ਵਸਦਾ। ਸੋ ਕਿਸੇ ਨਾਲ ਵੀ ਵੈਰ ਵਿਰੋਧ ਨਾ ਕਰੋ। ਇੱਕ ਹੋਰ ਫਰਮਾਨ ਹੈ ਸਾਧ ਸੰਗਤ ਜੀ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਵੀ ਜੇ ਅਸੀਂ ਦੂਸਰੇ ਦਾ ਬੁਰਾ ਜਿਹੜਾ ਆਪਣੇ ਮਨ ਦੇ ਵਿੱਚ ਨਹੀਂ ਚਿਤਵਦੇ, ਨਹੀਂ ਮਨ 'ਚ ਰੱਖਦੇ, ਕਿਸੇ ਦੇ ਲਈ ਬੁਰੇ ਖਿਆਲ ਨਹੀਂ ਰੱਖਦੇ, ਤਾਂ ਸਾਨੂੰ ਜਿਹੜਾ ਆ ਕੋਈ ਦੁੱਖ ਜਿਹੜਾ ਸਾਨੂੰ ਵੀ ਨਹੀਂ ਪਹੁੰਚ ਸਕੂਗਾ। ਤੇ ਉਹਦੇ ਨਾਲ ਸਾਡਾ ਆਪਣਾ ਵੀ ਭਲਾ ਹੀ ਹੁੰਦਾ, ਦੂਜੇ ਦਾ ਭਲਾ ਤਾਂ ਹੋਣਾ ਹੀ ਆ, ਸਾਡਾ ਆਪਣਾ ਵੀ ਭਲਾ ਹੁੰਦਾ। ਤੇ ਅਗਲਾ ਪੁਆਇੰਟ ਹੈ ਸਾਧ ਸੰਗਤ ਜੀ, ਨਿੰਦਿਆ ਚੁਗਲੀ ਤੋਂ ਪਰਹੇਜ਼। ਤੇ ਹੁਣ ਇਹ ਨਿੰਦਿਆ ਚੁਗਲੀ ਦੀ ਸਾਡੇ ਲੋਕਾਂ ਵਿੱਚ ਬਹੁਤ ਆਦਤ ਆ, ਖਾਸ ਕਰਕੇ ਸਾਡੀਆਂ ਬੀਬੀਆਂ ਜਿਹੜੀਆਂ ਵਿਚਾਰੀਆਂ ਬਦਨਾਮ ਆ ਚੁਗਲੀ ਕਰਨ ਦੇ ਲਈ। ਤੇ ਬੰਦੇ ਵੀ ਘੱਟ ਨਹੀਂ ਕਰਦੇ, ਮੈਂ ਦੇਖਿਆ ਜਦੋਂ ਬੰਦੇ ਵੀ ਇਕੱਠੇ ਹੁੰਦੇ ਆ ਤਾਂ ਉਹ ਵੀ ਬਥੇਰੀਆਂ ਚੁਗਲੀਆਂ ਕਰਦੇ ਆ। ਸੋ ਸਾਨੂੰ ਨਿੰਦਿਆ ਚੁਗਲੀ ਤੋਂ ਪਰਹੇਜ਼ ਕਰਨ ਦੇ ਲਈ ਵੀ ਗੁਰਬਾਣੀ ਜਿਹੜੀ ਆ ਉਹ ਸੇਧ ਦਿੰਦੀ ਆ। ਸਾਧ ਸੰਗਤ ਜੀ, ਪਹਿਲਾ ਫਰਮਾਨ ਹੈ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਭਵਨ। ਤੇ ਗੁਰੂ ਸਾਹਿਬ ਸਾਨੂੰ ਕਹਿ ਰਹੇ ਵੀ ਕਿਸੇ ਦੀ ਵੀ ਨਿੰਦਿਆ ਜਿਹੜੀ ਆ ਉਹ ਚੰਗੀ ਨਹੀਂ। ਤੇ ਜਿਹੜੇ ਆ ਉਹ ਲੋਕ ਬਦਨਾਮੀ ਖੱਟਦੇ ਆ, ਨਰਕਾਂ 'ਚ ਜਾਂਦੇ ਆ ਜਿਹੜੇ ਨਿੰਦਿਆ ਕਰਦੇ ਆ। ਸੋ ਸਾਨੂੰ ਨਿੰਦਿਆ ਕਿਸੇ ਦੀ ਨਹੀਂ ਕਰਨੀ ਚਾਹੀਦੀ। ਤੇ ਮੇਰੇ ਦਾਦੀ ਜੀ ਕਹਿੰਦੇ ਹੁੰਦੇ ਸੀ ਕਿ ਨਿੰਦਿਆ ਚੁਗਲੀ ਕਰਨ ਦੇ ਨਾਲ ਅਸੀਂ ਅਗਲੇ ਦੀ ਮੈਲ ਧੋ ਕੇ ਤਾਂ ਆਪਣੇ ਸਿਰ ਚੜਾ ਲੈਂਦੇ ਆ। ਤੇ ਸੋ ਜਿਹੜੀ ਆਪਾਂ ਆਪਣੇ ਮਨ ਤੇ ਮੈਲ ਕਾਹਦੇ ਲਈ ਚੜਾਉਣੀ ਆ। ਤੇ ਇੱਕ ਹੋਰ ਫਰਮਾਨ ਹੈ ਸਾਧ ਸੰਗਤ ਜੀ, ਜਿਸ ਅੰਦਰ ਚੁਗਲੀ ਚੁਗਲੋ ਵੱਜੇ, ਕੀਤਾ ਕਰਤਿਆ ਉਸ ਦਾ ਸਭ ਗਿਆ। ਹਨਾ, ਵੀ ਜਿਹੜਾ ਚੁਗਲਖੋਰ ਆ ਉਹਦੀ ਕੀਤੀ ਕਮਾਈ ਸਾਰੀ ਵਿਅਰਥ ਜਾਂਦੀ ਆ ਜਿਹੜਾ ਕਿਸੇ ਦੀ ਚੁਗਲੀ ਕਰਦਾ ਆ। ਸੋ ਚੁਗਲੀ ਕਰਨ ਤੋਂ, ਨਿੰਦਿਆ ਕਰਨ ਤੋਂ ਪਰਹੇਜ਼ ਕਰਨਾ। ਤੇ ਇੱਕ ਹੋਰ ਫਰਮਾਨ ਹੈ ਸਾਧ ਸੰਗਤ ਜੀ, ਸੁਖਮਨੀ ਸਾਹਿਬ 'ਚ ਆਪਾਂ ਰੋਜ਼ ਪੜ੍ਹਦੇ ਹਾਂ, ਕਰਨ ਨਾ ਸੁਨੇ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਕਰਨ ਹੁੰਦੇ ਕੰਨ, ਹੈਨਾ। ਸਾਡੇ ਜਿਹੜੇ ਆ ਕੰਨਾਂ ਦੇ ਨਾਲ ਆਪਾਂ ਕਿਸੇ ਦੀ ਨਿੰਦਿਆ ਸੁਣਨੀ ਵੀ ਨਹੀਂ, ਕਰਨੀ ਵੀ ਨਹੀਂ ਤੇ ਸੁਣਨੀ ਵੀ ਨਹੀਂ। ਜੇ ਕੋਈ ਸਾਡੇ ਕੋਲ ਆ ਕੇ ਨਿੰਦਿਆ ਚੁਗਲੀ ਕਰਦਾ ਤੇ ਉਹਨੂੰ ਮਨਾ ਕਰ ਦਿਓ, ਭਾਈ ਮੈਂ ਨਹੀਂ ਇਹ ਸੁਣਨੀ ਗੱਲ। ਤੇ ਉਹਨੂੰ ਕਹੋ ਕਿ ਤੂੰ ਵੀ ਨਿੰਦਿਆ ਨਹੀਂ ਅੱਗੋਂ ਕਰਨੀ, ਉਹਨੂੰ ਵੀ ਸਮਝਾਓ, ਹਨਾ। ਨਾ ਸਾਡੇ ਕੰਨ ਨਿੰਦਿਆ ਸੁਣਨ ਤੇ ਨਾ ਸਾਡੀ ਜ਼ੁਬਾਨ ਨਿੰਦਿਆ ਕਰੇ। ਤੇ ਆਪਣੇ ਆਪ ਨੂੰ ਤੁਸੀਂ ਦੂਸਰੇ ਨਾਲੋਂ ਨੀਵਾਂ ਸਮਝਿਓ। ਜਦੋਂ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਤਾਂ ਅਸੀਂ ਆਪਣੇ ਆਪ ਨੂੰ ਜਿਹੜਾ ਸਿਆਣਾ ਸਮਝਦੇ ਆ, ਵੀ ਉਹ ਫਲਾਨਾ ਤਾਂ ਇਦਾਂ ਦਾ, ਉਹ ਤਾਂ ਉਹਨੂੰ ਤਾਂ ਆਹੀ ਆਦਤ ਆ, ਹਨਾ। ਆਪਣੇ ਆਪ ਨੂੰ ਅਸੀਂ ਸਿਆਣਾ ਸਮਝਦੇ ਆ, ਪਰ ਸਾਨੂੰ ਗੁਰੂ ਸਾਹਿਬ ਸੁਖਮਨੀ ਸਾਹਿਬ 'ਚ ਸਮਝਾ ਰਹੇ ਆ ਕਿ ਸਭ ਤੇ ਜਾਣੇ ਆਪਸ ਕੋ ਮੰਦਾ। ਤੁਸੀਂ ਆਪਣੇ ਆਪ ਨੂੰ ਨੀਵਾਂ ਸਮਝੋ ਤੇ ਕਿਸੇ ਨੂੰ, ਆਪਣੇ ਆਪ ਨੂੰ ਵੱਡਾ ਜਾਣ ਕੇ ਕਿਸੇ ਹੋਰ ਨੂੰ ਛੋਟਾ ਜਾਣ ਕੇ ਉਹਦੀ ਨਿੰਦਿਆ ਚੁਗਲੀ ਨਾ ਕਰੋ। ਤੇ ਅਗਲਾ ਪੁਆਇੰਟ ਹੈ ਸਾਧ ਸੰਗਤ ਜੀ, ਅੱਜ ਦੀ ਗੱਲਬਾਤ ਦਾ ਲਾਸਟ ਪੁਆਇੰਟ ਹੈ, ਹਉਮੈ ਦਾ ਤਿਆਗ। ਤੇ
ਇਹਦੇ ਵਿੱਚ ਗੁਰੂ ਸਾਹਿਬ ਨੇ ਹੁਣ ਸਾਨੂੰ ਕਿਹਾ ਕਿ ਹਉਮੈ ਜਿਹੜੀ ਆ ਉਹਨੂੰ ਦੀਰਘ ਰੋਗ ਕਿਹਾ ਗੁਰੂ ਸਾਹਿਬ ਨੇ, ਕਿ ਹਉਮੈ ਜਿਹੜੀ ਆ, ਹਉਮੈ ਦੀਰਘ ਰੋਗ ਹੈ दारू ਬੇਸਮਾ, ਕਿ ਇਹ ਬਹੁਤ ਜਿਹੜੀ ਆ ਕ੍ਰੋਨਿਕ ਡਿਜ਼ੀਜ਼ ਆ ਹਉਮੈ। ਹਉਮੈ ਸਾਡੇ ਅੰਦਰੋਂ ਜਿਹੜੀ ਆ ਉਹ ਨਹੀਂ, ਛਲ ਕਪਟ ਦਾ, ਸੌਰੀ ਇੱਕ ਰਹਿ ਗਿਆ ਪੁਆਇੰਟ, ਛਲ ਕਪਟ ਦਾ ਤਿਆਗ। ਨਿੰਦਿਆ ਚੁਗਲੀ ਤੋਂ ਬਾਅਦ ਛਲ ਕਪਟ ਦਾ ਤਿਆਗ ਆ, ਕਿ ਅਸੀਂ ਆਪਣੇ ਅੰਦਰ ਕਿਸੇ ਨੂੰ ਧੋਖਾ ਦੇਣਾ, ਕਿਸੇ ਨਾਲ ਛਲ ਕਰਨਾ, ਤੇ ਇਸ ਤਰ੍ਹਾਂ ਦੀਆਂ ਬੁਰਾਈਆਂ ਵੀ ਸਾਡੇ ਅੰਦਰ ਬਹੁਤ ਪਾੜੀਆਂ ਹੋਈਆਂ ਅਸੀਂ। ਪਰ ਗੁਰੂ ਸਾਹਿਬ ਸਾਨੂੰ ਕਹਿ ਰਹੇ ਆ, ਹਰ ਹਰ ਕਰੇ ਨਿਤ ਕਪਟ ਕਮਾਵੇ, ਹਿਰਦਾ ਸੁਧ ਨਾ ਹੋਈ। ਕਿ ਜਿਹੜਾ ਉੱਤੋਂ ਪਰਮਾਤਮਾ ਦਾ ਨਾਮ ਵੀ ਲਈ ਜਾਂਦਾ, ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾਂਦਾ, ਪਰ ਅੰਦਰੋਂ ਉਹ ਦੂਸਰਿਆਂ ਦੇ ਨਾਲ ਵਲ-ਛਲ ਕਰਨ ਦੇ ਵਿਚਾਰ ਰੱਖਦਾ, ਕਿਸੇ ਦੇ ਨਾਲ ਧੋਖਾ ਕਿਵੇਂ ਕਰਨਾ, ਉਹਨੂੰ ਕਿਵੇਂ ਆਪਾਂ ਜਿਹੜਾ ਲੁੱਟਣਾ ਆ, ਇਸ ਤਰ੍ਹਾਂ ਦੇ ਜਿਹੜੇ ਵਿਚਾਰ ਰੱਖਦਾ, ਤੇ ਮੂੰਹ ਤੋਂ ਰਾਮ ਰਾਮ ਜਾਂ ਅੱਲਾ ਜਾਂ ਵਾਹਿਗੁਰੂ ਉਚਾਰੀ ਜਾਂਦਾ, ਤੇ ਉਹਦਾ ਅੰਦਰ ਪਵਿੱਤਰ ਨਹੀਂ ਹੋ ਸਕਦਾ। ਸਾਧ ਸੰਗਤ ਜੀ, ਗੁਰੂ ਸਾਹਿਬ ਸਾਨੂੰ ਕਹਿ ਰਿਹਾ ਕਿ ਜਿਹੜਾ ਉੱਤੋਂ ਵਾਹਿਗੁਰੂ ਦਾ ਨਾਮ ਜਪਦਾ, ਪਰ ਅੰਦਰ ਉਹਦੇ ਜਿਹੜਾ ਉਹ ਕਿਸੇ ਦੇ ਲਈ ਧੋਖਾ ਕਰਨ ਵਾਲਾ ਵਿਚਾਰ ਜੇ ਰਹਿੰਦਾ, ਤੇ ਉਹ ਜਿਹੜਾ ਉਹਦਾ ਕਦੇ ਵੀ ਭਲਾ ਨਹੀਂ ਹੋ ਸਕਦਾ, ਉਹ ਅੰਦਰੋਂ ਪਵਿੱਤਰ ਨਹੀਂ ਹੋ ਸਕਦਾ। ਸੋ ਜਿਹੜੇ ਆਪਾਂ ਅੰਦਰ ਕਈ ਵਾਰੀ ਨਾ ਕਿਸੇ ਦੇ ਲਈ ਬੁਰੇ ਵਿਚਾਰ ਆਪਾਂ ਮਨ ਦੇ ਵਿੱਚ ਰੱਖਦੇ ਆ, ਉਹਦਾ ਬੁਰਾ ਕਰਦੇ ਨਹੀਂ, ਸਿਰਫ ਸੋਚਦੇ ਹੀ ਆ, ਉਹ ਵੀ ਸਾਧ ਸੰਗਤ ਜੀ ਕਹਿੰਦੇ ਦਰਗਾਹ ਦੇ ਵਿੱਚ ਲਿਖਿਆ ਜਾਂਦਾ, ਤੇ ਵੀ ਉਹ ਵੀ ਸਾਡਾ ਬੁਰਾਈਆਂ ਦੇ ਵਿੱਚ ਹੀ ਸ਼ਾਮਲ ਹੋ ਜਾਂਦਾ। ਸੋ ਕਿਸੇ ਲਈ ਬੁਰੇ ਵਿਚਾਰ ਕਰਨੇ, ਬੁਰਾ ਕਰਨਾ ਵੀ ਨਹੀਂ ਤੇ ਬੁਰੇ ਵਿਚਾਰ ਵੀ ਨਹੀਂ ਰੱਖਣੇ ਕਿਸੇ ਦੇ ਲਈ। ਤੇ ਇੱਕ ਹੋਰ ਪੁਆਇੰਟ ਹੈ, ਫਰਮਾਨ ਹੈ, ਜਿਨ੍ਹਾਂ ਅੰਦਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੇ, ਹੈ ਨਾ। ਜਿਨ੍ਹਾਂ ਦੇ ਅੰਦਰ ਛਲ ਤੇ ਪਾਪ ਆ, ਸਾਧ ਸੰਗਤ ਜੀ ਕਹਿੰਦੇ, ਗੁਰੂ ਸਾਹਿਬ ਕਹਿ ਰਹੇ ਸਾਧ ਸੰਗਤ ਜੀ ਕਿ ਉਹਨਾਂ ਦਾ ਵਿਰਲਾਪ ਕਰਨਾ ਜਿਹੜਾ ਉਹਦਾ ਕੀ ਅਰਥ ਆ, ਹੈ ਨਾ। ਜੇ ਬਾਅਦ ਦੇ ਵਿੱਚ ਰੋ ਕੇ ਸੱਚੇ ਹੋਣ ਤੇ ਅੰਦਰ ਉਹਨਾਂ ਦੇ ਛਲ ਕਪਟ ਆ, ਤੇ ਉਹਨਾਂ ਦਾ ਜਿਹੜਾ ਰੋਣ ਦੇ ਨਾਲ ਉਹ ਸੱਚੇ ਨਹੀਂ ਹੋ ਸਕਦੇ। ਸੋ ਇਹ ਵੀ ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਛਲ ਕਪਟ, ਕਿਸੇ ਦੇ ਨਾਲ ਧੋਖਾ ਕਰਨਾ, ਕਿਸੇ ਲਈ ਬੁਰੇ ਵਿਚਾਰ ਰੱਖਣੇ, ਇਹਨਾਂ ਸਾਰੀਆਂ ਚੀਜ਼ਾਂ ਤੋਂ ਛੁਟਕਾਰਾ ਪਾਉਣ ਦੇ ਲਈ ਗੁਰਬਾਣੀ ਸਾਡੀ ਅਗਵਾਈ ਕਰਦੀ ਆ। ਲਾਸਟ ਪੁਆਇੰਟ ਹੈ ਅੱਜ ਦੀ ਗੱਲਬਾਤ ਦਾ, ਹਉਮੈ ਦਾ ਤਿਆਗ। ਤੇ ਹਉਮੈ ਨੂੰ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਕਿਹਾ, ਹਉਮੈ ਦੀਰਘ ਰੋਗ ਹੈ, दारू ਬੇਸਮਾ ਹੈ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਹਉਮੈ ਨੂੰ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਦੀਰਘ ਰੋਗ ਕਿਹਾ। ਦੀਰਘ ਰੋਗ ਹੁੰਦਾ ਕ੍ਰੋਨਿਕ ਡਿਸੀਜ਼ ਆ, ਤੇ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ दारू ਬੇਸਮਾ ਹੈ, ਵੀ ਇਹ ਇਲਾਜ ਨਹੀਂ ਹੈ, ਇਹਦਾ दारू ਵੀ ਹੈ। ਗੁਰਬਾਣੀ ਦੇ ਨਾਲ ਇਹਦਾ ਆਪਾਂ ਇਲਾਜ ਕਰ ਸਕਦੇ ਹਾਂ। ਜੇ ਗੁਰਬਾਣੀ ਸਾਡੇ ਹਿਰਦੇ 'ਚ ਵਸ ਜਾਵੇ ਤਾਂ ਹਉਮੈ ਚਲੀ ਜਾਣੀ ਆ, ਭਾਵੇਂ ਇਹ ਦੀਰਘ ਰੋਗ ਆ, ਪਰ ਇਹਦਾ ਜਿਹੜਾ दारू ਵੀ ਹੋ ਸਕਦਾ ਇਹਦਾ, ਤੇ ਆਪਾਂ ਇਹ ਲਾ ਇਲਾਜ ਬਿਮਾਰੀ ਨਹੀਂ, ਕ੍ਰੋਨਿਕ ਡਿਜ਼ੀਜ਼ ਤਾਂ ਹੈ। ਤੇ ਇੱਕ ਆਸਾ ਜੀ ਦੀ ਵਾਰ ਦੇ ਵਿੱਚ ਪੂਰਾ ਸ਼ਬਦ ਹੈ, ਲੰਬਾ ਸ਼ਬਦ ਹੈ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ। ਤੇ ਇਹਦੇ ਵਿੱਚ ਸਾਰੇ ਵਿੱਚ ਜਿਹੜੇ ਗੁਰੂ ਨਾਨਕ ਪਾਤਸ਼ਾਹ ਸਾਨੂੰ ਸਮਝਾ ਰਹੇ ਕਿ ਅਸੀਂ ਹਉਮੈ ਦੇ ਵਿੱਚ ਇਸ ਜਿਹੜੇ ਜਿਉਂ ਅਸੀਂ ਜਨਮਦੇ ਹਾਂ, ਸਾਡੇ ਨਾਲ ਹੀ ਹਉਮੈ ਜਨਮ ਲੈ ਲੈਂਦੀ ਆ, ਹਉਮੈ ਦੇ ਵਿੱਚ ਹੀ ਅਸੀਂ ਆਉਂਦੇ ਹਾਂ, ਅਸੀਂ ਆਪਣੀ ਵੱਖਰੀ ਹਸਤੀ ਬਣਾਈ ਬੈਠੇ ਹਾਂ ਪਰਮਾਤਮਾ ਦੇ ਨਾਲੋਂ। ਸਾਡੇ 'ਚ ਹਉਮੈ ਤਾਂ ਵਸੀ ਹੋਈ ਆ, ਜੇ ਅਸੀਂ ਪਰਮਾਤਮਾ ਦਾ ਅੰਸ਼ ਸਮਝੀਏ ਕਿ ਅਸੀਂ ਉਸ ਪਰਮਾਤਮਾ ਦਾ, ਸਾਡੇ ਅੰਦਰ ਜਿਹੜੀ ਆਤਮਾ ਵਸਦੀ ਪਰਮਾਤਮਾ ਦਾ ਅੰਸ਼, ਤੇ ਅਸੀਂ ਆਪਣੇ ਆਪ 'ਚ ਹਉਮੈ ਨਹੀਂ ਰੱਖਾਂਗੇ। ਸੋ ਹਉਮੈ ਦਾ ਬਹੁਤ ਲੰਬਾ ਸ਼ਬਦ ਹੈ। ਇਹਦੇ ਵਿੱਚ ਹਉਮੈ 'ਚ ਹੀ ਅਸੀਂ ਜੰਮਦੇ ਹਾਂ, ਹਉਮੈ 'ਚ ਹੀ ਮਰਦੇ ਹਾਂ, ਹਉਮੈ ਵਿੱਚ ਹੀ ਅਸੀਂ ਦਾਨ ਕਰਦੇ ਹਾਂ, ਹਉਮੈ ਵਿੱਚ ਹੀ ਅਸੀਂ ਦਾਨ ਲੈਂਦੇ ਹਾਂ, ਤੇ ਹਉਮੈ ਦੇ ਵਿੱਚ ਹੀ ਸਾਧ ਸੰਗਤ ਜੀ ਅਸੀਂ ਪਾਠ ਕਰਦੇ ਹਾਂ, ਹਉਮੈ ਵਿੱਚ ਹੀ ਅਸੀਂ ਸਭ ਕੁਝ ਕਰਦੇ ਹਾਂ। ਇੱਕ ਵਾਰੀ ਮਸਕੀਨ ਸਾਹਿਬ ਕਹਿ ਰਹੇ ਸੀ ਕਿ ਤੁਹਾਨੂੰ ਲੱਗਦਾ, ਸੰਗਤ ਨੂੰ ਲੱਗਦਾ ਹੁੰਦਾ ਕਿ ਇਹ ਕੀਰਤਨ ਕਰਨ ਵਾਲਿਆਂ 'ਚ, ਇਹ ਕਹਿੰਦੇ ਆ ਅਸੀਂ ਸੰਗਤਾਂ ਦੇ ਦਾਸ ਆ, ਇਹਨਾਂ 'ਚ ਹਉਮੈ ਨਹੀਂ, ਹੈ ਨਾ। ਉਹ ਕਹਿੰਦੇ ਮੈਂ ਦੇਖੀ ਆ ਕਿ ਜਿੰਨੇ ਰਾਗੀ ਢਾਡੀ ਆ, ਕੀਰਤਨ ਕਰਨ ਵਾਲੇ, ਕਥਾਵਾਚਕ, ਸਾਰਿਆਂ ਦੇ ਵਿੱਚ ਹਉਮੈ, ਉਹ ਕਹਿੰਦੇ ਸੂਖਸ਼ਮ ਹਉਮੈ ਤਾਂ ਆਪਣੇ ਅੰਦਰੋਂ ਜਾਂਦੀ ਨਹੀਂ, ਉਹ ਤਾਂ ਪਰਮਾਤਮਾ ਦੀ ਕਿਰਪਾ ਹੋਵੇ ਤੇ ਤਾਂ ਸਾਡੇ ਅੰਦਰ ਜਿਹੜੀ ਬਾਣੀ ਵਸ ਜਾਵੇ ਤਾਂ ਜਾ ਸਕਦੀ ਆ। ਕਿ ਹਉਮੈ ਜਿਹੜੀ ਆ, ਇਹਨੂੰ ਜਿਹੜਾ ਪੰਜ ਵਿਕਾਰ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹਨਾਂ ਤੋਂ ਵੀ ਇਹ ਵੱਡਾ ਵਿਕਾਰ ਜਿਹੜਾ ਗਿਣਿਆ ਗਿਆ। ਤੇ ਨਾਲ ਹੀ ਸਾਨੂੰ ਸਾਧ ਸੰਗਤ ਜੀ ਗੁਰੂ ਸਾਹਿਬ ਕਹਿ ਰਹੇ ਕਿ ਬਿਨ ਸ਼ਬਦੇ ਭਰਮ ਨਾ ਚੁੱਕੇ, ਇਹਨਾਂ ਵਿੱਚੋਂ ਹਉਮੈ ਜਾਏ। ਕਿ ਇਹ ਜਿਹੜਾ ਸਾਡਾ ਹਉਮੈ ਦਾ ਭਰਮ ਆ, ਇਹ ਸਾਡੇ ਵਿੱਚੋਂ, ਕਿ ਮੈਂ ਵੱਖਰੀ ਹਸਤੀ ਹਾਂ ਪਰਮਾਤਮਾ ਦੇ ਨਾਲੋਂ, ਕੁਦਰਤ ਨਾਲੋਂ ਮੈਂ ਵੱਖਰੀ ਹਸਤੀ ਹਾਂ, ਮੈਂ ਫਲਾਨਾ, ਮੈਂ ਏਡਾ ਅਫਸਰ, ਮੇਰੇ ਆ ਜਾਇਦਾਦ, ਮੈਂ ਏਡਾ ਵੱਡਾ ਵਪਾਰੀ, ਹੈ ਨਾ, ਮੈਂ ਡਾਕਟਰ, ਮੈਂ ਇੰਜੀਨੀਅਰ। ਇਹ ਸਾਡੇ ਅੰਦਰ ਜਿਹੜੀ ਮੈਂ ਵਸੀ ਹੋਈ ਹੈ ਨਾ ਸਾਧ ਸੰਗਤ ਜੀ, ਉਹ ਗੁਰੂ ਸਾਹਿਬ ਨੇ ਕਿਹਾ ਕਿ
ਸ਼ਬਦ ਤੋਂ ਬਿਨਾਂ ਨਹੀਂ ਨਿਕਲਣੀ। ਹੌਲੀ ਹੌਲੀ ਜਦੋਂ ਸ਼ਬਦ ਸਾਡੇ ਅੰਦਰ ਜਾਊਗਾ ਤਾਂ ਫਿਰ ਸਾਡੀ ਅੰਦਰੋਂ ਮੈਂ ਨਿਕਲਣੀ ਆ। ਤੇ ਇਹਦੇ ਲਈ ਜਿਹੜੀ ਆ ਰਵਿਦਾਸ ਜੀ ਤੇ ਕਬੀਰ ਜੀ ਦੇ ਹੈਗੇ ਆ ਫਰਮਾਨ, ਉਹ ਬਿਲਕੁਲ ਸੇਮ ਲੱਗਦੇ ਆ ਦੋਨੋਂ, ਥੋੜਾ ਥੋੜਾ ਫਰਕ ਆ ਦੋਨਾਂ ਦੇ ਵਿੱਚ, ਦੋਨਾਂ ਦਾ ਮੀਨਿੰਗ ਸੇਮ ਆ। ਰਵਿਦਾਸ ਜੀ ਕਹਿ ਰਹੇ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਹਨਾ। ਇਹ ਰਵਿਦਾਸ ਜੀ ਦਾ ਹੈ ਕਿ ਜਦੋਂ ਮੈਂ ਜਿੰਨਾ ਚਿਰ ਮੈਂ ਕਹਿੰਦਾ ਕਿ ਮੈਂ ਰਵਿਦਾਸ ਆ, ਮੈਂ ਆ ਕੀਤਾ, ਮੈਂ ਆ ਕਰਦਾ ਆ, ਤਾਂ ਉਹਨਾਂ ਚਿਰ ਜਿੰਨਾ ਚਿਰ ਮੇਰੇ ਅੰਦਰ ਮੈਂ ਆ ਉਹਨਾਂ ਚਿਰ ਤੂੰ ਨਹੀਂ ਪ੍ਰਗਟ ਹੋਣਾ। ਤੇ ਜਦੋਂ ਮੇਰੇ ਅੰਦਰ ਤੂੰ ਪ੍ਰਗਟ ਹੋ ਗਿਆ ਤਾਂ ਮੈਂ ਖਤਮ ਹੋ ਗਈ, ਹਨਾ। ਤੇ ਇਸੇ ਤਰ੍ਹਾਂ ਹੀ ਕਬੀਰ ਜੀ ਦਾ ਵੀ ਫਰਮਾਨ ਆ। ਇਹਨਾਂ ਚ ਥੋੜਾ ਥੋੜਾ ਜਿਹੜਾ ਸ਼ਬਦਾਵਲੀ ਚ ਹੀ ਫਰਕ ਆ ਸਾਧ ਸੰਗਤ ਜੀ। ਜਬ ਹਮ ਹੋਤੇ ਤਬ ਤੁਮ ਨਾਹੀਂ, ਅਬ ਤੁਮ ਹੋ ਹਮ ਨਾਹੀਂ। ਤੇ ਇਹ ਕਬੀਰ ਜੀ ਦਾ ਫਰਮਾਨ ਆ। ਤੇ ਇਹ ਦੋਨਾਂ ਦੇ ਫਰਮਾਨ ਤਕਰੀਬਨ ਜਿਹੜੇ ਕਈਆਂ ਨੂੰ ਭੁਲੇਖਾ ਵੀ ਪੈ ਜਾਂਦਾ ਕਿ ਰਵਿਦਾਸ ਜੀ ਦਾ ਕਿਹੜਾ ਤੇ ਕਬੀਰ ਜੀ ਦਾ ਕਿਹੜਾ, ਕਿਉਂਕਿ ਇਹ ਦੋਨੋਂ ਭਗਤ ਜਿਹੜੇ ਆ ਬਨਾਰਸ ਦੇ ਰਹਿਣ ਵਾਲੇ ਸੀ, ਉੱਥੋਂ ਦੇ ਵਾਸੀ ਸੀ, ਤੇ ਦੋਨਾਂ ਦਾ ਜਿਹੜਾ ਜੀਵਨ ਕਾਲ ਦਾ ਸਮਾਂ ਤਕਰੀਬਨ ਸੇਮ ਬਣਦਾ। ਤੇ ਇਸ ਕਰਕੇ ਇੱਕ ਦੂਜੇ ਦੀ ਗੁਰਬਾਣੀ ਦਾ ਬਾਣੀ ਦਾ ਪ੍ਰਭਾਵ ਪੈਣਾ ਜਿਹੜਾ ਉਹ ਕੁਦਰਤੀ ਆ। ਤੇ ਰਵਿਦਾਸ ਜੀ ਦੀ ਵੀ ਅਵਸਥਾ ਜਿਹੜੀ ਆ ਉਹ ਉਦੋਂ ਉਹ ਪ੍ਰਮਾਤਮਾ ਦੇ ਨਾਲ ਜਿਹੜੀ ਸੀ, ਉਹਨਾਂ ਦੀ ਅਵਸਥਾ ਵੀ ਉਸ ਤਰ੍ਹਾਂ ਦੀ ਬਣ ਗਈ ਕਿ ਉਹਨਾਂ ਵਿੱਚ ਮੈਂ ਖਤਮ ਹੋ ਗਈ ਤੇ ਤੂੰ ਦਾ ਵਾਸਾ ਹੋ ਗਿਆ, ਪਰਮਾਤਮਾ ਦੇ ਨਾਲ ਇੱਕਮਿਕ ਹੋ ਗਏ। ਤੇ ਕਬੀਰ ਜੀ ਦੀ ਵੀ ਅਵਸਥਾ ਉਹੀ ਸੀ। ਬਹੁਤ ਸਾਰੀ ਬਾਣੀ ਆ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਭਗਤ ਕਬੀਰ ਜੀ ਦੀ ਸਭ ਤੋਂ ਵੱਧ ਬਾਣੀ ਆ। ਸੋ ਜਿਉਂ-ਜਿਉਂ ਸਾਡੇ ਅੰਦਰ ਤੂੰ ਦਾ ਵਾਸਾ ਹੋਈ ਜਾਣਾ, ਜਿਉਂ-ਜਿਉਂ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਉਹਦੇ ਨਾਲ ਆਪਾਂ ਜੁੜੀ ਜਾਵਾਂਗੇ, ਤਾਂ ਸਾਡੇ ਅੰਦਰੋਂ ਮੈਂ ਖਤਮ ਹੋਈ ਜਾਣੀ ਆ ਤੇ ਅਸੀਂ ਹਉਮੈ ਤੇ ਵੀ ਕਾਬੂ ਪਾ ਲਵਾਂਗੇ। ਸੋ ਸਾਧ ਸੰਗਤ ਜੀ, ਆਪਾਂ ਬਾਕੀ ਜਿਹੜੇ ਪੁਆਇੰਟਸ ਰਹਿ ਗਏ ਉਹ ਆਪਾਂ ਅਗਲੇ ਭਾਗ ਦੇ ਵਿੱਚ ਉਹਨਾਂ ਤੇ ਵਿਚਾਰ ਕਰਾਂਗੇ। ਸੋ ਆਪਾਂ ਪਰਮਾਤਮਾ ਦੇ ਅੱਗੇ ਵਿਸ਼ੇ ਵਿਕਾਰਾਂ ਨੂੰ ਛੱਡਣ ਦੀ ਕੋਸ਼ਿਸ਼ ਆਪ ਵੀ ਕਰਨੀ ਆ ਤੇ ਉਸ ਪਰਮਾਤਮਾ ਦੇ ਅੱਗੇ ਅਰਦਾਸ ਵੀ ਕਰਨੀ ਆ। ਸਾਧ ਸੰਗਤ ਜੀ, ਜੇਤਾ ਸਮੁੰਦ ਨੀਰ ਸਾਗਰ ਭਰਿਆ ਤੇਤੇ ਔਗਣ ਹਮਾਰੇ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਪਾਵੋ ਡੁੱਬਦੇ ਪੱਥਰ ਤਾਰੇ। ਪਰਮਾਤਮਾ ਦੇ ਅੱਗੇ ਆਪਾਂ ਅਰਦਾਸ ਕਰੀਏ ਕਿ ਉਹ ਸਾਡੇ ਅੰਦਰ ਗੁਣਾਂ ਦਾ ਵਾਸਾ ਕਰੇ, ਸਾਨੂੰ ਔਗਣਾਂ ਤੇ ਕਾਬੂ ਪਾਉਣ ਦੇ ਲਈ, ਸਾਡੇ ਔਗਣ ਜਿਹੜੇ ਖਤਮ ਕਰਨ ਦੇ ਲਈ ਸਾਡੇ ਤੇ ਮਿਹਰ ਕਰੇ, ਅਤੇ ਉਹਦੀ ਮਿਹਰ ਦੇ ਨਾਲ ਸ਼ਬਦ ਸਾਡੇ ਅੰਦਰ ਵਸ ਜਾਵੇ ਤੇ ਅਸੀਂ ਸਾਰੇ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਈਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ, ਬੋਲਦਿਆਂ ਬਹੁਤ ਸਾਰੀਆਂ ਗਲਤੀਆਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ, ਸੋ ਖਿਮਾ ਦੀ ਜਾਚਕ ਹਾਂ ਸਾਧ ਸੰਗਤ ਜੀ। ਬਾਕੀ ਜਿਹੜੇ ਪੁਆਇੰਟ ਰਹਿ ਗਏ ਆਪਣੇ ਵਿਸ਼ੇ ਵਿਕਾਰਾਂ ਤੇ, ਜਾਂ ਜਿਹੜੇ ਆਪਾਂ ਗੁਣ ਆਪਣੇ ਅੰਦਰ ਧਾਰਨ ਕਰਨੇ ਆ, ਗੁਰੂ ਸਾਹਿਬ ਨੇ ਸਾਨੂੰ ਸੇਧ ਦਿੱਤੀ ਕਿ ਕਿਹੜੇ ਗੁਣਾਂ ਨੂੰ ਅਸੀਂ ਆਪਣੇ ਅੰਦਰ ਲੈ ਕੇ ਆਉਣਾ, ਉਹ ਸਾਰੇ ਬਾਕੀ ਜਿਹੜੇ ਨੁਕਤੇ ਰਹਿ ਗਏ ਉਹਨਾਂ ਤੇ ਆਪਾਂ ਅਗਲੀ ਜਿਹੜੀ ਵਿਚਾਰ ਦੇ ਵਿੱਚ, ਅਗਲੀ ਟਾਕ ਦੇ ਵਿੱਚ ਵਿਚਾਰ ਕਰਾਂਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।